ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਦੋਹਰਾ ਅਹੇ ਬਾਜ ਕੋ ਪੂਰਬ ਗਿਆਤਾ ਅਮਰੋ ਹਾਥ ਸਪਰਸੀ ਗਾਤਾ ਨੈ ਤਿੱਤਰ ਕੋ ਇਸਨੇ ਮਾਰਾ ਲੇਹੋ ਜਾਮਨ ਤੇ ਨਿਰਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਕਤਸਰ ਸਾਹਿਬ ਦੇ ਮੁਕਤਿਆਂ ਦਾ ਸੰਸਕਾਰ ਕਰਕੇ ਉਹਨਾਂ ਦੀ ਸੇਵਾ ਸੰਭਾਲ ਕਰਕੇ ਉੱਧਰੋਂ ਉੱਤੋਂ ਦੀ ਚੱਲਦੇ ਹੋਏ ਫਾਜ਼ਿਲਕਾ ਦੇ ਇਲਾਕੇ ਵਿੱਚ ਹੈ ਵਜੀਦਪੁਰ, ਉੱਥੇ ਪਹੁੰਚੇ। ਉੱਥੇ ਵੀ ਸਤਿਗੁਰਾਂ ਦਾ ਇੱਕ ਪੁਰਾਣਾ ਸਿੱਖ ਜੋ ਤਿੱਤਰ ਦੀ ਜੂਨ ਵਿੱਚ ਪਿਆ ਹੋਇਆ ਸੀ ਅਤੇ ਇੱਕ ਬਾਣੀਏ ਦੇ ਪੈਸੇ ਲੈ ਕੇ ਮਰ ਗਿਆ ਸੀ, ਦਿੱਤਾ ਨਹੀਂ ਸੀ ਉਹਦਾ ਕਰਜ਼ਾ, ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਹੁੰ ਪਾ ਕੇ ਜਾਮਨੀ ਪਾ ਕੇ ਛੁੱਟ ਗਿਆ ਸੀ। ਜਿਸ ਵੇਲੇ ਗੁਰੂ ਜੀ ਨੂੰ ਲੱਭਿਆ ਉਹ ਤਿੱਤਰ ਦੀ ਰੂਹ ਵਿੱਚ ਉਹ ਜੀਵ, ਸਤਿਗੁਰੂ ਜੀ ਨੇ ਉਸ ਤਿੱਤਰ ਨੂੰ ਫੜਿਆ ਅਤੇ ਉਸ ਤਿੱਤਰ ਨੂੰ ਜਿਉਂਦਾ ਹੀ ਬਾਜ ਦੇ ਹਵਾਲੇ ਕਰਤਾ। ਉਹ ਬਾਣੀਆ ਮਰ ਕੇ ਬਾਜ ਬਣ ਗਿਆ
ਤੇ ਉਹ ਜਿਸ ਨੇ ਕਰਜ਼ਾ ਦੇਣਾ ਸੀ ਉਹ ਤਿੱਤਰ ਬਣਿਆ ਹੋਇਆ ਸੀ। ਤੇ ਉਹ ਬਾਅਦ ਜਿਹੜਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਕੋਲ ਪਹੁੰਚ ਗਿਆ ਵੀ ਤੁਸੀਂ ਜਾਵਣੋ ਤੇ ਮੇਰਾ ਹਿਸਾਬ ਕਿਤਾਬ ਬਰਾਬਰ ਕਰੋ। ਤੇ ਅੱਜ ਗੁਰੂ ਸਾਹਿਬ ਨੇ ਹਿਸਾਬ ਕਿਤਾਬ ਬਰਾਬਰ ਕੀਤਾ। ਤੇ ਜਿਸ ਵੇਲੇ ਪਾਤਸ਼ਾਹ ਜੀ ਨੇ ਜਿਉਂਦਾ ਹੋਇਆ ਤਿੱਤਰ ਪੈਰਾਂ ਤੋਂ ਫੜ ਕੇ ਬਾਜ ਦੇ ਵੱਲ ਕੀਤਾ ਤੇ ਬਾਜ ਨੇ ਉਹਦੇ ਫੰਗ ਤੋੜੇ ਔਰ ਬੋਟੀ ਬੋਟੀ ਕਰਕੇ ਖਾਧਾ ਤੇ ਸਤਿਗੁਰੂ ਹੱਸੀ ਗਏ। ਤੇ ਉਸ ਵੇਲੇ ਫਿਰ ਦਾਨ ਸਿੰਘ ਨੇ ਪੁੱਛਿਆ ਸੀ, ਮਹਾਰਾਜ ਕੀ ਕਾਰਨ ਹੈ, ਇੰਨਾ ਕੁ ਜਾਨਵਰ ਤੁਸੀਂ ਇਸ ਤਰ੍ਹਾਂ ਤੜਫਾ ਕੇ ਮਾਰਿਆ, ਜੇ ਤਿੱਤਰ ਨੂੰ ਖਵਾਉਣਾ ਸੀ ਤੇ ਕੋਈ ਰੋਜ਼ ਰੂਜ ਮਾਰ ਲੈਂਦੇ, ਕੋਈ ਵੱਡਾ ਸ਼ਿਕਾਰ ਕਰ ਲੈਂਦੇ। ਕਹਿੰਦੀ ਉਹ ਗੱਲ ਨਹੀਂ ਆ ਦਾਨ ਸਿਆਂ, ਅਸਲ ਵਿੱਚ ਇਹਨਾਂ ਦੋਨਾਂ ਦਾ ਹਿਸਾਬ ਕਿਤਾਬ ਸੀ ਤੇ ਮੈਨੂੰ ਜਾਮਨ ਬਣਾਤਾ ਤੇ ਮੈਂ ਤਾਂ ਆਪਣੀ ਜਾਮਨੀ ਪੂਰੀ ਕੀਤੀ ਹੈ। ਤਾਂ ਦਾਨ ਸਿੰਘ ਨੂੰ ਜਦ ਸਾਰੀ ਗੱਲ ਦੱਸੀ ਬੜਾ ਖੁਸ਼ ਹੋਇਆ, ਪੈਰੀ ਪੈਂਦਾ ਜੀ ਤੁਹਾਡੀਆਂ ਤੁਸੀਂ ਜਾਣੋ ਮਹਾਰਾਜ ਤੁਹਾਨੂੰ, ਤੁਸੀਂ ਤੁਹਾਨੂੰ ਕਰਦਾ ਹੋਇਆ ਚੁੱਪ ਕਰਦਾ। ਇਹ ਸਾਖੀ ਪਿਛਲੇ ਦਿਨੀ ਸਰਵਣ ਕੀਤੀ ਸੀ। ਉਸ ਤੋਂ ਬਾਅਦ ਪਾਤਸ਼ਾਹ ਜੀ ਉੱਥੋਂ ਵਾਪਸ ਮੁਕਤਸਰ ਚਲੇ ਜਾਂਦੇ ਆ। ਫਿਰ ਮੁਕਤਸਰ ਸਾਹਿਬ ਤੋਂ ਚੱਲਦੇ ਆ ਰਪਾਣੇ ਪਹੁੰਚਦੇ ਆ। ਰਪਾਣੇ ਵੀ ਇੱਕ ਜੀਵ ਘੋਗੜ ਦੀ ਜੂਨ ਵਿੱਚ ਪਿਆ ਹੋਇਆ ਸੀ, ਉਹਦਾ ਉਧਾਰ ਕਿਵੇਂ ਕਰਦੇ ਆ ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਹੇ ਬਾਜ ਕੋ ਪੂਰਬ ਗਿਆਤਾ, ਹਮਰੋ ਹੱਥ ਸਪਰਸੇ ਗਾਤਾ। ਦਾਨਸਿਆਂ ਅਸਲ ਵਿੱਚ ਨਾ ਜਦੋਂ ਇਹ ਬਾਤ ਸਾਡੇ ਕੋਲ ਆ ਗਿਆ, ਸਾਡੇ ਹੱਥ ਨੂੰ ਸਪਰਸ਼ ਕੀਤਾ, ਇਹਨੂੰ ਪੂਰਬਲਾ ਗਿਆਨ ਹੋ ਗਿਆ ਬਈ ਮੈਂ ਫਲਾਣੇ ਜੀਵ ਤੋਂ ਪੈਸੇ ਲੈਣੇ ਸੀ ਤੇ ਉਹਦਾ ਜਾਮਨ ਗੁਰੂ ਗੋਬਿੰਦ ਸਿੰਘ ਬਣਿਆ। ਇਸ ਕਰਕੇ ਇਹ ਤੀਰਤ ਕੋ ਇਸਨੇ ਮਾਰਾ, ਲਿਓ ਜਾਮਨ ਤੇ ਨਿਰਤਾਰਾ। ਵੇਖੋ ਬਾਜ ਮੈਂ ਇਹਦੇ ਮਗਰ ਛੱਡਿਆ ਤਿੱਤਰ ਦੇ, ਪਰ ਬਾਜ ਨੇ ਉਹਨੂੰ ਮਾਰ ਕੇ ਨਹੀਂ ਖਾਧਾ ਆਪਦੀ ਮਰਜ਼ੀ ਨਾਲ, ਉਹਨੂੰ ਜਿਉਂਦਾ ਫੜ ਕੇ ਮੇਰੇ ਕੋਲ ਲੈ ਕੇ ਆਂਦਾ, ਕਿਉਂਕਿ ਉਹ ਕਹਿੰਦਾ ਮੈਂ ਜਾਮਨ ਦੇ ਰਾਹੀਂ ਲਊਂਗਾ ਹਿਸਾਬ ਕਿਤਾਬ। ਹੁਣ ਇਸ ਕਰਕੇ ਮੈਨੂੰ ਵਿੱਚ ਪੈ ਕੇ ਦੋਨਾਂ ਦਾ ਹਿਸਾਬ ਕਰਨਾ ਪਿਆ। ਹਮਨੇ ਆਪਣੇ ਜਾਮਨੀ ਲਾਹੀ, ਜੀਅਤ ਦਿਓਗੈ ਵੱਡ ਵੱਡ ਖਾਹੀ। ਹੁਣ ਜੇ ਮੈਂ ਤਿੱਤਰ ਨੂੰ ਮਾਰ ਦਿੰਦਾ ਤੇ ਰੂਹ ਫੇਰ ਭੱਜ ਜਾਂਦੀ ਜਿਹਨੇ ਹਿਸਾਬ ਦੇਣਾ ਸੀਗਾ। ਜੇ ਮਾਸ ਦਾ ਟੁਕੜਾ ਥੋੜਾ ਖਵਾਉਣਾ ਸੀਗਾ, ਉਹ ਤਾਂ ਰੂਹ ਨੂੰ ਸਾਖੀਅਤ ਵਿਖਾਉਣਾ ਸੀਗਾ ਵੀ ਤੇਰਾ ਹਿਸਾਬ ਸੀਗਾ, ਤੇਰੇ ਕੋਲ ਹੁਣ ਪੈਸੇ ਤਾਂ ਹੈ ਨਹੀਂ, ਹੁਣ ਤੇਰਾ ਮਾਸ ਹੀ ਵੱਢ ਕੇ ਬਰਾਬਰ ਕਰਾਂਗੇ। ਕਹੋ ਸਤਨਾਮ ਸ੍ਰੀ। ਇਸ ਕਰਕੇ ਅਸੀਂ ਆਪਣੀ ਜਾਮਨੀ ਲਾਹੀ ਆ ਤਿੱਤਰ ਦਾ ਤੇ ਬਾਜ ਦਾ, ਅਸਲ ਵਿੱਚ ਉਸ ਬਾਣੀਏ ਦਾ ਤੇ ਉਹ ਜੱਟ ਦਾ ਜੋ ਪਿਛਲੇ ਜਨਮਾਂ ਦਾ ਕਰਜ਼ਾ ਲੈਣ ਦੇਣ ਸੀਗਾ ਉਹ ਬਰਾਬਰ ਕਰਵਾਇਆ ਹੈ ਜੀ। ਸੁਣ ਕਰ ਦਾਨ ਸਿੰਘ ਕਰ ਜੋਰੇ, ਪਰਿਓ ਚਰਨ ਪ੍ਰਭੂ ਨੇ ਹੋਰੇ। ਔਰ ਇਹ ਗੱਲ ਸੁਣ ਕੇ ਭਾਈ ਦਾਨ ਸਿੰਘ ਜੀ ਸਤਿਗੁਰਾਂ ਦੇ ਚਰਨੀ ਲੰਬਾ ਪੈ ਗਿਆ। ਕਹਿੰਦੇ ਵਾਹ ਮਹਾਰਾਜ ਸੋਡੀਆਂ ਤੁਸੀਂ ਜਾਣੋ। ਸਨਮੁਖ ਬੋਲਿਓ ਇਹ ਗੁਰ ਭੂਲਾ, ਬਖਸ਼ੋ ਮੋਹਿ ਦਾਸ ਅਨਕੂਲਾ। ਮਹਾਰਾਜ ਮਾਫ ਕਰ ਦਿਓ ਜੋ ਕੋ ਮੈਂ ਤੁਹਾਨੂੰ ਪ੍ਰਸ਼ਨ ਕੀਤਾ ਇਸ ਵਿਸ਼ੇ ਤੇ, ਮੈਨੂੰ ਕੀ ਪਤਾ ਸੀ ਐਡੀ ਵੱਡੀ ਗੱਲ ਹੈ। ਮੈਂ ਤੁਹਾਡੇ ਸਾਹਮਣੇ ਬੋਲਿਆ, ਮੈਨੂੰ ਮਾਫ ਕਰ ਦਿਓ ਜੀ। ਦਾਨ ਸਿੰਘ ਕਿਉ ਚਿੰਤਾ ਦੀਨਾ, ਉਤਰ ਹੀ ਤੈ ਪੂਜਨ ਕੀਨਾ। ਬਾਦਸ਼ਾਹ ਕਹਿੰਦੇ ਦਾਨ ਸਿੰਘ ਚਿੰਤਾ ਕਿਉਂ ਕਰਦਾ, ਤੂੰ ਤਾਂ ਸਵਾਲ ਪੁੱਛਿਆ ਸਾਨੂੰ, ਸਾਡਾ ਫਰਜ਼ ਬਣਦਾ ਜਵਾਬ ਦੇਣ ਦਾ, ਤੂੰ ਉੱਤਰ ਪੁੱਛਿਆ, ਤੂੰ ਕੋਈ ਗਲਤੀ ਨਹੀਂ ਕੀਤੀ। ਦਾਨ ਸਿੰਘ ਪੁਨ ਮਸਤਕ ਟੇਕਾ, ਤੁਮਰੀ ਖੁਸ਼ੀ ਚਾਹੇ ਇਹ ਏਕਾ। ਭਾਈ ਦਾਨ ਸਿੰਘ ਜੀ ਕਹਿੰਦੇ ਬਾਸ ਜੀ ਤੁਹਾਡੇ ਖੁਸ਼ੇ ਚਾਹੀਦੇ ਆ, ਤੁਹਾਡੀ ਕਿਰਪਾ ਚਾਹੀਦੀ ਹੈ। ਚੜ੍ਹਤੇ ਪਹੁੰਚੇ ਨਿਜ ਡੇਰੇ, ਖਾਨ ਪਾਨ ਕੀਨਸ ਤਿਸ ਬੇਰੇ। ਤਾਂ ਉੱਥੋਂ ਫਿਰ ਵਜੀਦਪੁਰ ਦੇ ਜੰਗਲਾਂ ਦੇ ਵਿੱਚੋਂ ਹਿਸਾਬ ਕਰਕੇ ਇੱਕ ਦਾਨ ਸਿੰਘ ਨਾਲ ਰਹਿ ਗਿਆ ਪਾਤਸ਼ਾਹ ਜੀ ਦੇ, ਬਾਕੀ ਸਿੰਘ ਪਿੱਛੇ ਤੰਬੂਆਂ 'ਚ ਰਹਿ ਗਏ। ਜਿੱਥੇ ਤੰਬੂ ਲਾਏ ਉਤਾਰਾ ਕੀਤਾ, ਵਾਪਸ ਉਹ ਡੇਰੇ ਵਿੱਚ ਆਉਂਦੇ ਹਨ। ਨਿਸ ਬਿਤਾਏ ਕਰ ਸਤਿਗੁਰੂ, ਕੀਨੋ ਸੋਚ ਇਸ਼ਨਾਨ। ਤੇ ਸ਼ਾਮਾਂ ਦਾ ਸਮਾਂ ਹੋਇਆ, ਸ਼ਾਮਾਂ ਦਾ ਲੰਗਰ ਤਿਆਰ ਹੋਇਆ, ਛਕਿਆ ਛਕਾਇਆ, ਸਭ ਨੇ ਆਰਾਮ ਕੀਤਾ। ਦੂਜਾ ਦਿਨ ਚੜ੍ਹਿਆ, ਸਭ ਨੇ ਆਰਾਮ ਕੀਤਾ ਤੇ ਇਸ਼ਨਾਨ ਆਦਿ ਸਤਿਗੁਰਾਂ ਨੇ ਵੀ ਕੀਤਾ ਹੈ। ਜੀਨ ਹੈਨ ਪਰ ਪਾਏ ਕਰ, ਚੜੇ ਕਿਓ ਪ੍ਰਸਥਾਨ। ਔਰ ਫਿਰ ਸਿੰਘਾਂ ਨੂੰ ਕਹਿੰਦੇ ਚਲੋ ਬਈ ਬਰਾੜੋ, ਕੋਟਕਾ ਘੋੜਿਆਂ ਤੇ ਕਾਠੀਆਂ ਪਾਓ, ਆਪਾਂ ਅੱਗੇ ਚੱਲੀਏ ਹੁਣ। ਸਤਿਗੁਰ ਘੋਰੇ ਤੇਰ ਮੋਖ, ਲਗੀ ਰੇਖ ਤਿਸ ਥਾਨ ਅਸੇਖ। ਔਰ ਗੁਰੂ ਪਿਆਰਿਓ ਉਹ ਵਜੀਦਪੁਰ ਦੇ ਵਿੱਚ ਵੀ ਜਿੱਥੇ ਸਤਿਗੁਰਾਂ ਨੇ ਘੋੜਾ ਇੱਕ
ਗੁਰੂ ਪਿਆਰੋ ਜੰਡ ਦੀ ਕਿੱਲੀ ਨਾਲ ਬੰਨਿਆ ਸੀ, ਕੋਈ ਜੰਡ ਦਾ ਕਿੱਲਾ ਗੱਡ ਕੇ ਬੰਨਿਆ ਸੀ ਉਸ ਇਲਾਕੇ 'ਚ। 3 ਮੇਖਾਂ ਭਾਵ 3 ਕਿੱਲੇ ਗੱਡੇ ਹੋਏ ਸਨ। ਜੰਡ ਹਰੀ ਸੋਵਤ ਪਾਏ ਅਬ ਲੋ ਕਰੇ ਪਿਖੇ ਜੋ ਗਏ। ਅਜੇ ਵੀ ਉੱਥੇ ਜਿਨ੍ਹਾਂ ਨੇ ਜਾ ਕੇ ਵੇਖਣਾ ਕੀਤਾ ਉਹ 3 ਜੰਡ ਹਰੇ ਹੋ ਗਏ, ਉਹ 3 ਕਿੱਲੇ ਹਰੇ ਹੋ ਗਏ ਜਿਨ੍ਹਾਂ ਦੇ ਨਾਲ ਸਤਿਗੁਰਾਂ ਦੇ ਹੱਥ ਲੱਗ ਗਏ। ਸੁੱਕੇ ਹਰੇ ਕੀਏ ਗੁਰਦੇਵ। ਇਸ ਤਰ੍ਹਾਂ ਪਾਤਸ਼ਾਹ ਜੀ ਤਾਂ ਸੁੱਕੀਆਂ ਲੱਕੜਾਂ ਨੂੰ ਹਰੀਆਂ ਕਰਦਾ ਤੇ ਬੰਦੇ ਨੂੰ ਕਿਉਂ ਨਾ ਹਰਾ ਭਰਾ ਕਰ ਸਕੇ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਗੁਰ ਵਣ ਤ੍ਰਿਣ ਹਰਿਆ ਕੀਤਿਆ ਨਾਨਕ। ਕਿਆ ਮਨੁੱਖ ਮਨੁੱਖਾਂ ਨੂੰ ਕਿਉਂ ਨਾ ਹਰੇ ਕਰ ਦੇਵੇ। ਮਨੁੱਖ ਦੇ ਹਰੇ ਕਰਨ ਦਾ ਮਤਲਬ ਤੰਦਰੁਸਤੀ। ਜੇ ਪਿੱਛੇ ਚਲੀਏ ਤੇ ਬਾਬਾ ਆਦਮ ਜਿਨ੍ਹਾਂ ਦੇ ਘਰੇ ਬੱਚਾ ਨਹੀਂ ਸੀ ਹੁੰਦਾ, ਜਦ ਚੌਥੇ ਪਾਤਸ਼ਾਹ ਰਾਮ ਜੀ ਦੀ ਸੰਗਤ ਕੀਤੀ ਤੇ ਰਾਮਦਾਸ ਜੀ ਨੇ ਕਿਰਪਾ ਕਰਕੇ ਮਾਤਾ ਦੀ ਕੁੱਖ ਹਰੀ ਕਰ ਦਿੱਤੀ, ਉਹਦੇ ਘਰ ਭਾਈ ਭਗਤੂ ਦਾ ਜਨਮ ਕਰਵਾ ਦਿੱਤਾ। ਕਹੋ ਸਤਨਾਮ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਅੱਜ ਵੀ ਵਜੀਦਪੁਰ ਵਿੱਚ ਕਹਿੰਦੇ ਉਹ 3 ਕਿੱਲੇ ਜਿਨ੍ਹਾਂ ਦੇ ਨਾਲ ਸਤਿਗੁਰਾਂ ਦੇ ਚਰਨ ਛੂਹੇ ਹੱਥ ਛੂਹੇ ਉਹ ਜੰਡ ਬਣ ਗਏ ਜੀ। ਸਿੱਖ ਸੰਗਤ ਤਹਿ ਬੰਧਨ ਕਰੈ ਤਿਨ ਕੋ ਦਰਸ਼ਨ ਪੀ ਅਗਹਰੈ। ਔਰ ਸਤਿਗੁਰਾਂ ਦੀ ਯਾਦ ਆਉਂਦੀ ਆ ਉਹਨਾਂ ਜੰਡਾਂ ਨੂੰ ਦੇਖ ਕੇ। ਅੱਜ ਵੀ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨ ਕਰਦੀਆਂ ਹਨ। ਸ਼੍ਰੀ ਪ੍ਰਭ ਵਿਚਰਤ ਫਿਰ ਆਏ ਪਹੁੰਚ ਮੁਕਤ ਸਰ ਸਿਵਰ ਲਗਾਏ। ਇਹੋ ਘੁੰਮ ਘੁਮਾ ਕੇ ਪਾਤਸ਼ਾਹ ਵਾਪਸ ਮੁਕਤਸਰ ਸਾਹਿਬ ਆ ਗਏ। ਹੋਏ ਭਵਿਖਿਅਤ ਮੈਂ ਇਹ ਮਹਾ ਸਿੱਖ ਇਸ਼ਨਾਨੇ ਫਲ ਕੋ ਲਹਾ। ਔਰ ਫਿਰ ਖਿਦਰਾਣੇ ਦੀ ਢਾਬ ਨੂੰ ਜਿਸ ਦੇ ਕਿਨਾਰੇ ਤੇ 40 ਸਿੰਘਾਂ ਦਾ ਗੁਰੂ ਪਿਆਰਿਓ ਅਸਥਾਨ ਹੈ। 40 ਸਿੰਘਾਂ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਗੁਰੂ ਪਿਆਰਿਓ ਉਸ ਅਸਥਾਨ ਤੇ ਫਿਰ ਪਹੁੰਚੇ ਔਰ ਫਿਰ ਉੱਥੇ ਖੜ ਕੇ ਬਚਨ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਇਹ ਸਥਾਨ ਬਹੁਤ ਮਹਾਨ ਹੋਵੇਗਾ ਔਰ ਸੰਗਤਾਂ ਇੱਥੇ ਇਸ਼ਨਾਨ ਕਰ ਕਰਕੇ ਆਪਣਾ ਜੀਵਨ ਸਫਲਾ ਕਰਨਗੀਆਂ। ਆਨ ਪਾਨ ਕਰ ਨਿਸ਼ਾ ਬਿਤਾਈ ਸੋਚ ਇਸ਼ਨਾਨੇ ਕੀਨ ਚੜਾਈ। ਤੋ ਇੱਥੇ ਫਿਰ ਸ਼ਾਮਾਂ ਪੈ ਗਈਆਂ ਵਿਚਰਦੇ ਹੋਏ ਗੱਲਾਂ ਬਾਤਾਂ ਕਰਦੇ ਭੋਜਨ ਪ੍ਰਸ਼ਾਦਾ ਛਕਿਆ। ਦੂਜਾ ਦਿਨ ਚੜ੍ਹਿਆ ਇਸ਼ਨਾਨ ਪਾਨ ਕੀਤਾ ਹੈ ਜਲ ਪਾਣੀ ਛਕਿਆ ਤੇ ਇੱਥੋਂ ਚਾਲੇ ਪਾਉਂਦੇ ਹਨ। ਬ੍ਰਾਹਮਣ ਪਾਣੀ ਚਲ ਕਰ ਆਏ ਉਤਰੇ ਤਾਂ ਤਰੰਗ ਲਗਾਏ। ਔਰ ਮੁਕਤਸਰ ਸਾਹਿਬ ਤੋਂ ਕੋਈ 5-10 ਕਿਲੋਮੀਟਰ ਤੇ ਰੁਪਾਣਾ ਪਿੰਡ ਪੈਂਦਾ ਤਾਂ ਇਸ ਰੁਪਾਣੇ ਪਿੰਡ ਆ ਗਏ। ਉਹ ਖਿਦਰਾਣੇ ਦੀ ਢਾਬ ਸੀ, ਇੱਕ ਧੰਗਾਣੇ ਦਾ ਇਲਾਕਾ ਸੀ, ਇੱਕ ਰੁਪਾਣੇ ਦਾ ਇਲਾਕਾ ਸੀ। ਇਹ 3 ਭਰਾ ਸਨ ਤੇ 3 ਭਰਾਵਾਂ ਦੀਆਂ ਜ਼ਮੀਨਾਂ ਸੀਗੀਆਂ ਹਜ਼ਾਰਾਂ ਕਿੱਲੇ। ਹੁਣ ਤਾਂ ਚਲੋ ਵੰਡੀਆਂ ਗਈਆਂ ਵਿਕ ਗਈਆਂ, ਲੋਕਾਂ ਨੇ ਘਰ ਪਾਲੇ। ਉਦੋਂ ਇਹ ਖੇਤ ਹੁੰਦੇ ਸਨ। ਤਾਂ ਰੁਪਾਣਾ ਪਿੰਡ ਵੀ ਵਸਿਆ ਹੋਇਆ ਸੀ। ਰੁਪਾਣੇ ਪਿੰਡ ਆਏ ਔਰ ਸਿੰਘਾਂ ਨੂੰ ਕਹਿੰਦੇ ਇੱਥੇ ਅਵਤਾਰਾ ਕਰਾਂਗੇ। ਪੜਾ ਕੀਤਾ ਹੈ ਸੁੱਖਾ ਯਾਰ ਸੁੱਕਾ ਆਰਪੀ ਮਛਾ ਕਰਕੇ ਵਿਚਰਤੇ ਤਿਉਤ ਧਨ ਧਰ ਕੇ। ਔਰ ਸਤਿਗੁਰੂ ਪਾਤਸ਼ਾਹ ਢੰਡਿਆਈ ਛਕਦੇ ਆ ਜ਼ਿਆਦਾਤਰ ਤੇ ਸਿੰਘ ਜਿਹੜੇ ਹਨ ਉਹਨਾਂ ਨੇ ਢੰਡਿਆਈ ਤਿਆਰ ਕੀਤੀ ਆ ਔਰ ਢੰਡਿਆਈ ਛਕ ਕਰਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਧਰ ਉੱਧਰ ਵਿਚਰ ਰਹੇ ਸਨ। ਖਾਲੋ ਤੰਗ ਇੱਕ ਘੋਗੜ ਖੀਰਾ ਤੀਰ ਮਾਰ ਤਿਸ ਕੋ ਇਸ ਕੀਰਾ। ਔਰ ਸਤਿਗੁਰਾਂ ਨੇ ਉੱਥੇ ਘੁੰਮਦਿਆਂ ਹੋਇਆਂ ਇੱਕ ਉੱਚੇ ਥਾਂ ਤੇ ਬੈਠਾ ਘੋਗੜ ਦੇਖਿਆ। ਘੋਗੜ ਜਾਨਵਰ ਹੈ, ਬਹੁਤ ਵੱਡਾ ਹੁੰਦਾ ਹੈ, ਕਾਂ ਤੋਂ ਥੋੜਾ ਵੱਡਾ ਹੁੰਦਾ ਔਰ ਜਿੱਧਰ ਵੇਖੀ ਜਾਵੇ ਉੱਧਰ ਹੀ ਵੇਖੀ ਜਾਂਦਾ ਇਹ। ਤਾਂ ਸਤਿਗੁਰਾਂ ਨੇ ਉਹ ਘੋਗੜ ਬੈਠਾ ਦੇਖਿਆ ਤੇ ਆਪਣਾ ਇੱਕ ਤੀਰ ਪਾਇਆ ਕਮਾਨ ਵਿੱਚ ਤੇ ਉਸ ਨੂੰ ਮਾਰ ਲਿਆ ਹੈ ਜੀ। ਜੋਰਾ ਸਿੰਘ ਕਰੋ ਤਬ ਪਾਸੀ ਪ੍ਰਭੂ ਜੀ ਘੋਗੜ ਕੀਨ ਬਿਨਾਸ਼ੀ। ਤੇ ਭਾਈ ਜੋਰਾ ਸਿੰਘ ਸਤਿਗੁਰਾਂ ਦਾ ਇੱਕ ਸਿੰਘ ਆ ਉਹ ਕੋਲ ਖੜਾ ਹੈ। ਕਹਿਣ ਲੱਗਿਆ ਮਹਾਰਾਜ ਇਹ ਘੋਗੜ ਕਿਉਂ ਮਾਰਤਾ ਤੁਸੀਂ? ਇਹ ਕਿਉਂ ਹਾਥੋਂ ਕਾਮ ਕਹਿਣਾ ਹੈ ਇਵੇਂ ਪਰਿਓ ਰਹੇ ਕੋਖ ਹੈ। ਇਹਨੂੰ ਕੋਈ ਖਾਂਦਾ ਤਾਂ ਹੈ ਨਹੀਂ, ਘੋਗੜ ਦਾ ਮਾਸ ਵੀ ਨਹੀਂ ਕੋਈ ਖਾਂਦਾਗਾ। ਕਹਿੰਦੇ ਇਹਨੂੰ ਕਿਸੇ ਨੇ ਖਾਣਾ ਤਾਂ ਹੈ ਨਹੀਂ, ਆਏ ਪਿਆ ਰਹੂਗਾ, ਤੁਸੀਂ ਇਹਨੂੰ ਕਾਹਦੇ ਵਾਸਤੇ ਮਾਰਿਆ? ਇਸਕੇ ਮਾਰਨ ਕੋ ਕਿਆ ਕਾਰਨ ਪਾਤਸ਼ਾਹ ਪ੍ਰਭ ਕਹੋ ਉਚਾਰਨ। ਪਾਤਸ਼ਾਹ ਇਸ ਨੂੰ ਮਾਰਨ ਦਾ ਕਾਰਨ ਸਾਨੂੰ
ਦਸਨਾ ਕਰੋ ਜੀ। ਸ੍ਰੀ ਮੁਖ ਤੇ ਕਹਿ ਕੇ ਸਮਝਾਇਓ, ਸੋ ਤਨ ਘੋਗੜ ਕੋਈ ਨ ਪਾਇਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸਦੇ ਹਨ ਵੀ ਇਸ ਨੇ ਘੋਗੜ ਦਾ ਸਰੀਰ ਕਿਉਂ ਪ੍ਰਾਪਤ ਕੀਤਾ, ਇਹ ਕੌਣ ਸੀ, ਸੁਣੋ। ਪ੍ਰਥਮ ਨਰਿਪਤ ਤੋ ਜੁਗਤ ਜਿਆਮਤ, ਸਿੱਖ ਗਰੀਬ ਏਕ ਇਸ ਗ੍ਰਿਆਤ। ਤਾਂ ਇਹ ਪਹਿਲਾਂ ਕਹਿੰਦੇ ਇੱਕ ਰਾਜਾ ਸੀ ਔਰ ਗਰੀਬ ਸਿੱਖ ਇਸ ਦੀ ਪਰਜਾ ਸੀ। ਬਸ ਤੇ ਕੀਤਕ ਸਮਾ ਬਿਤਾਏ, ਇੱਕ ਦਿਨ ਸਿੱਖ ਕੇ ਮਨ ਮੇ ਆਏ। ਔਰ ਕਾਫੀ ਸਮਾਂ ਬਤੀਤ ਹੋਇਆ ਤੇ ਸਿੱਖ ਜਿਹੜੀ ਇਹਦੀ ਜਨਤਾ ਵਿੱਚੋਂ ਸੀ, ਇੱਕ ਦਿਨ ਉਹਦੇ ਖਿਆਲ ਆਇਆ ਹੈ ਜੀ। ਗੁਰਹਿਤ ਚਾਹਿਓ ਕਰਨ ਆਹਾਰਾ, ਸਕਲ ਭਾਤ ਸੋ ਦੀਸ ਤਿਆਰਾ। ਤੋ ਉਸ ਨੇ ਇੱਕ ਦਿਨ ਸਿੱਖਾਂ ਦੇ ਵਾਸਤੇ ਗੁਰੂ ਹਿੱਤ ਹੁੰਦਾ ਹੈ, ਗੁਰੂ ਦੇ ਨਿਮਿਤ ਸਿੱਖਾਂ ਨੂੰ ਛਕਾਉਣ ਵਾਸਤੇ ਉਹਨੇ ਲੰਗਰ ਤਿਆਰ ਕੀਤਾ। ਕਹਿੰਦੇ ਸਿੱਖਨ ਕੋ ਨੌਦਾ ਤਿਸ ਦਿਓ, ਨਿਰਭਪੀ ਸਿੱਖ ਤੋ ਥਾਮਾ ਲਿਓ। ਤਾਂ ਗੁਰੂ ਪਿਆਰਿਓ ਉਹਨੇ ਸਿੱਖਾਂ ਨੂੰ ਨਿਉਂਦਾ ਭੇਜਿਆ ਹੈ। ਇਸ ਰਾਜੇ ਨੇ ਵੀ ਧਾਮਾ ਲੈਣਾ ਕੀਤਾ। ਧਾਮਾ ਕੀ ਹੁੰਦਾ ਭਲਾ? ਭਾਵ ਨਿਉਂਦਾ ਦੇਣ ਵੇਲੇ ਉਹਨੂੰ ਕੁਛ ਨਾ ਕੁਛ ਫੜਾ ਕੇ ਆਉਂਦੇ ਆ। ਹਿੰਦੂ ਮਤ ਵਿੱਚ ਚੱਲਦੀ ਗੱਲ ਇਹ। ਹਿੰਦੂ ਮਤ ਵਿੱਚ ਜਗਰਾਤਾ ਕਰਦੇ ਆ ਲੋਕ, ਤੇ ਜਿਹਨੂੰ ਨਿਉਂਦਾ ਦੇ ਕੇ ਆਉਂਦੇ ਉਹਦੇ ਘਰ ਪੀਲੇ ਚੌਲ ਦੇ ਕੇ ਆਉਂਦੇ ਆ ਪੁੜੀ 'ਚ ਪਾ ਕੇ, ਤੇ ਇਹ ਚੌਲ ਭਾਈ ਤੋਂ ਲਿਆ ਕੇ ਦੇਵੀ ਦੇ ਚਰਨਾਂ ਵਿੱਚ ਮੱਥਾ ਟੇਕਣਾ ਹੋਊਗਾ। ਭਾਵ ਉਹ ਬੰਦੇ ਨੂੰ ਆਉਣਾ ਪੈਂਦਾ ਉੱਥੇ ਲਾਜ਼ਮੀ। ਇੱਕ ਢੰਗ ਹੈ ਸੱਦਣ ਦਾ ਲੋਕਾਂ ਨੂੰ, ਬਈ ਜਿੰਨਾ ਚਿਰ ਤੂੰ ਇਹ ਚੌਲ ਲਿਆ ਕੇ ਉੱਥੇ ਜਗਰਾਤੇ 'ਚ ਪਾਉਂਦਾ ਨਹੀਂ, ਹੁਣ ਤੇ ਹਾਜ਼ਰੀ ਨਹੀਂ ਲੱਗਣੀ, ਹੁਣ ਆਹ ਚੌਲ ਫੜ ਲੈ। ਇਸੇ ਤਰ੍ਹਾਂ ਸਿੰਘ ਨੇ ਵੀ ਨਿਉਂਦਾ ਦਿੱਤਾ ਨਗਰ ਨਿਵਾਸੀਆਂ ਨੂੰ, ਤੇ ਇਸ ਰਾਜੇ ਨੂੰ ਵੀ ਨਿਉਂਦਾ ਦਿੱਤਾ। ਇਹਨੇ ਵੀ ਉਹ ਨਿਉਂਦੇ ਵਾਲਾ ਜਿਹੜਾ ਚੀਜ਼ ਸੀ ਉਹ ਫੜ ਲਈ ਹੈ। ਸਭ ਕੋ ਮੇਲ ਪਿਓ ਤਬ ਆਏ, ਕਰ ਅਰਦਾਸੇ ਭੋਜਨ ਖਾਏ। ਤਾਂ ਇਸ ਤਰ੍ਹਾਂ ਜਦੋਂ ਸਾਰੇ ਇਕੱਠੇ ਹੋ ਗਏ, ਲੰਗਰ ਤਿਆਰ ਹੋ ਗਿਆ, ਛਕਾਉਣ ਦੀ ਤਿਆਰੀ ਹੋ ਗਈ ਹੈ, ਸਾਰਿਆਂ ਨੂੰ ਲੰਗਰ ਵਰਤਾਉਣਾ ਕੀਤਾ ਹੈ ਜੀ। ਸਿੱਖ ਕੀ ਸੁਤਾ ਅਵਸਥਾ ਤਰੁਨੀ, ਸੋ ਰਾਜਾ ਪਿਕ ਕੇ ਮਨ ਹਰਨੀ। ਹੁਣ ਉਹ ਸਿੱਖ ਦੀ ਜਿਸ ਨੇ ਲੰਗਰ ਤਿਆਰ ਕੀਤਾ ਉਹਦੀ ਇੱਕ ਲੜਕੀ ਸੀ ਜਵਾਨ, ਤੇ ਇਹ ਰਾਜੇ ਨੇ ਕਿਤੇ ਵੇਖ ਲਈ ਆ ਤੇ ਇਹਦਾ ਮਨ ਵਿਗੜਿਆ। ਆਪਣੇ ਸਦਨ ਕਿਉ ਨਿਸਪਾਰੀ, ਨਿਰਪ ਨਰ ਪਠੇ ਕਾਰਨ ਕਰੀ। ਔਰ ਗੁਰੂ ਪਿਆਰਿਓ ਹੁਣ ਦਿਮਾਗ ਦੇ ਵਿੱਚ ਚੜ ਗਈ ਪੁੱਠੀ ਗੱਲ। ਰਾਜਾ ਘਰ ਚਲਿਆ ਗਿਆ, ਘਰੇ ਜਾ ਕੇ ਵੀ ਉਹਦਾ ਧਿਆਨ ਜਿਹੜਾ ਉਹ ਸਿੱਖ ਦੀ ਲੜਕੀ ਵੱਲ ਰਿਹਾ, ਤੇ ਇਸ ਨੇ ਘਰੇ ਜਾ ਕਰਕੇ ਆਪਣੇ ਬੰਦੇ ਸੱਦੇ ਹਨ। ਸਿੱਖ ਨੇ ਲਖੀ ਨਰੇਸ਼ ਕੁਟਾਈ, ਪਰਮ ਦੁਖੀ ਪਾ ਬਸ ਨ ਬਸਾਈ। ਔਰ ਰਾਜੇ ਨੇ ਬੰਦੇ ਭੇਜ ਦਿੱਤੇ, ਬਈ ਜਾ ਉਹ ਫਲਾਣੇ ਸਿੱਖ ਦੀ ਲੜਕੀ ਹੈ, ਬਹੁਤ ਸੁੰਦਰ ਜਵਾਨ, ਮੈਂ ਉਹਨੂੰ ਰੱਖਣੀ ਚਾਹੁੰਦਾ ਹਾਂ, ਲੈ ਕੇ ਆਓ। ਸਿੱਖ ਨੂੰ ਵੀ ਪਤਾ ਲੱਗਿਆ ਵੀ ਰਾਜੇ ਦੇ ਮਨ ਵਿੱਚ ਖੁਟਾਈ, ਮਾੜੀ ਸੋਚ ਪੈਦਾ ਹੋ ਗਈ ਹੈ। ਹੁਣ ਰਾਜਾ ਹੁਣ ਆਪਦੀ ਤਾਕਤ ਵਰਤਦਾ ਹੈ, ਤੇ ਜਨਤਾ ਜਿਹੜੀ ਹੈ ਵਿਚਾਰੀ ਕੁਛ ਕਰ ਨਹੀਂ ਸਕਦੀ। ਕਹਿੰਦੇ ਸਿੱਖ ਨੇ ਬਸ ਨਾ ਚੱਲਿਆ ਕੁਝ। ਦੇਖ ਪਿਤਾ ਕੋ ਪੁੱਤਰੀ ਕਹੈ, ਕਿਉ ਨਾਹ ਕੇ ਤੋ ਦੁਖ ਲਹੈ। ਤੋ ਬੱਚੀ ਕਹਿਣ ਲੱਗੇ, ਉਸ ਵੇਲੇ ਕਹਿਣ ਲੱਗੀ, ਪਿਤਾ ਜੀ ਕਿਉਂ ਦੁਖੀ ਹੁੰਨੇ ਹੋ? ਮੋਏ ਸਾਥ ਨਿਰਪ ਨਿਕਟ ਚਲੀ ਜੈ, ਗੁਰੂ ਕਰੇ ਸੁਖ ਚਿੰਤ ਨ ਕੀਜੈ। ਕਹਿੰਦੀ ਤੁਸੀਂ ਨਾਲ ਚੱਲੋ ਮੇਰੇ, ਆਪਾਂ ਦੋਨੇ ਚੱਲਦੇ ਆ। ਗੁਰੂ ਕੁਛ ਨਾ ਕੁਛ ਕਲਾ ਵਰਤਾਵੇਗਾ ਆਪਣੇ ਤੇ, ਆਪਾਂ ਗੁਰੂ ਨੂੰ ਮੰਨਣ ਵਾਲੇ ਆ। ਇਸ ਕਰਕੇ ਰਾਜੇ ਨੇ ਜਿਹੜੀ ਗਲਤ ਸੋਚ ਕੱਢੀ ਹੈ ਨਾ, ਚਲੋ ਗੁਰੂ ਭਲਾ ਕਰੇਗਾ, ਚਿੰਤਾ ਨਾ ਕਰੋ। ਕਰ ਪਿਤਾ ਕਈ ਡਿਗ ਰਾਜੇ, ਕਹੇ ਕਿ ਐਬੇ ਸਮੋ ਨ ਆਜੇ। ਔਰ ਗੁਰੂ ਪਿਆਰਿਓ ਲੜਕੀ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਰਾਜੇ ਦੇ ਪਾਸ ਚਲੀ ਗਈ ਤੇ ਕਿਹਾ, ਰਾਜਾ ਸਾਹਿਬ ਹੁਣ ਆਉਣ ਦਾ ਸਮਾਂ ਨਹੀਂ ਹੈ ਸਾਡੇ ਕੋਲ। ਦਿਵਸੇ ਅਗਲੇ ਮੈਂ ਚਲੇ ਆਵੋ, ਬਿਨਾ ਬੁਲਾਏ ਨਹਿ ਠਹਿਰਾਵੋ। ਮੈਂ ਅਗਲੇ ਦਿਨ ਫੇਰ ਆਉਂਗੀ, ਬਿਨਾ ਸੱਦਿਆਂ ਹੀ ਆ ਜਾਊਂ। ਆਪਨੋ ਨਰ ਨੈ ਕਰੋ ਪਠਾਵਨ ਰਚੋ, ਅਧਰਮ ਅਧਿਕ ਦੁਖ ਪਾਵਨ। ਕਹਿਣ ਲੱਗੀ ਤੁਸੀਂ ਬੰਦੇ ਭੇਜਣ ਦੀ ਲੋੜ ਨਹੀਂ, ਪਰ ਇਸ ਕਾਰਨ ਤੁਹਾਨੂੰ ਬੜਾ ਦੁੱਖ ਪਾਉਣਾ ਪਵੇਗਾ। ਸੁਨ ਰਾਜਾ ਕੈ ਛਲ ਨ ਕਰੀਐ, ਤ੍ਰਿਆ ਚਰਿਤਰ ਨਾ ਕਛੂ ਵਿਚਰੀਐ। ਰਾਜਾ ਕਹਿਣ ਲੱਗਿਆ ਤੂੰ ਇਸਤਰੀਆਂ ਵਾਲੇ ਚਲੱਤਰ ਨਾ ਕਰ,
ਛਲ ਫਰੇਬ ਨਾ ਕਰ ਮੇਰੇ ਨਾਲ। ओहे कूर कर बेबच तोही तो सजय है आय समोही। ਜੇ ਤੂੰ ਝੂਠ ਬੋਲ ਕੇ ਆ ਚਲੀ ਗਈ ਤੇ ਫਿਰ ਨਾ ਆਈ ਤੇ ਮੈਂ ਤੈਨੂੰ ਸਜ਼ਾ ਦੇਵਾਂਗਾ। कहने लगी मैं रहो न काली तो सजाए के मोहे बिसाली। ਉਹ ਕਹਿਣ ਲੱਗੀ ਮੈਂ ਬਚਨ ਪੱਕਾ ਕਰਦੀ ਆ ਮੈਂ ਆਵਾਂਗੀ। इम के पिता संग हटियाई निस में बिखलै कर तिस खाई। ਔਰ ਕਹਿਣ ਲੱਗੀ ਠੀਕ ਆ ਮੈਂ ਕੱਲ ਨੂੰ ਆਉਂਗੀ। ਵਾਪਸ ਆ ਗਈ। ਹੁਣ ਗੁਰੂ ਕੇ ਸਿੱਖ ਦੀ ਇਸ ਬੱਚੀ ਨੇ ਗੁਰੂ ਪਿਆਰੋ ਆਪਣਾ ਸਰੀਰ ਤਿਆਗ ਦਿੱਤਾ ਜ਼ਹਿਰ ਖਾ ਕੇ ਆਪਣੀ ਇੱਜ਼ਤ ਬਚਾਉਣ ਲਈ। मरण समय दीनो श्राप ए महीप पापी संताप। ਔਰ ਮਰਦੀ ਹੋਈ ਨੇ ਇਸ ਨੇ ਬਚਨ ਕਰ ਦਿੱਤਾ ਕਿ ਇਸ ਪਾਪੀ ਰਾਜੇ ਨੂੰ ਮੇਰਾ ਇਹ ਸ਼ਰਾਪ ਲੱਗੇਗਾ ਸੰਤਾਪ ਹੋਵੇਗਾ। राज करण के लायक नाही घोगड़ तन पावो बन माही। ਇਹ ਰਾਜਾ ਰਾਜ ਕਰਨ ਦੇ ਲਾਇਕ ਨਹੀਂ ਇਹ ਘੋਗੜ ਹੈ ਘੋਗੜ ਬਣੇਗਾ ਆਉਣ ਵਾਲੇ ਸਮੇਂ ਵਿੱਚ। होय काकी संग न कोई करन पाप पै हो फल सोई। ਇਸ ਦੀ ਇਸ ਮਾੜੀ ਸੋਚ ਦਾ ਫਲ ਇਸ ਪਾਪ ਦਾ ਫਲ ਇਸ ਨੂੰ ਇਹ ਮਿਲੇਗਾ ਕਿ ਇਹਦੇ ਨਾਲ ਕੋਈ ਵੀ ਨਹੀਂ ਰਹੇਗਾ ਇਹ ਇਕੱਲਾ ਹੀ ਘੋਗੜ ਬਣ ਕੇ ਰਹੇਗਾ। ਔਰ ਜੂਨ ਐਸੀ ਮਿਲੇਗੀ ਇਸ ਨੂੰ। इनके प्राण तजे तत्काला केतक दिन में पाप त्रिपकाला। ਇੰਨਾ ਕਹਿ ਕੇ ਗੁਰੂ ਪਿਆਰਿਓ ਉਹ ਲੜਕੀ ਨੇ ਪ੍ਰਾਣ ਤਿਆਗ ਦਿੱਤੇ ਬਚਨ ਕਰਕੇ ਆਪਣੇ ਘਰ ਵਿੱਚ ਆ ਕੇ। ਤੇ ਥੋੜੇ ਸਮੇਂ ਦੇ ਬਾਅਦ ਰਾਜਾ ਵੀ ਮਰ ਗਿਆ। 100 ਦੇ ਜਨਮ ਅਸਤਾਰੇ ਘੋਗੜ ਹੋ ਤਰੇ ਹੋ ਨਿਰਤਾਰੇ। ਇਸ ਤਰ੍ਹਾਂ 102 ਇਸ ਨੇ ਜਨਮ ਧਾਰਨ ਕੀਤੇ ਔਰ ਘੋਗੜ ਦੀ ਜੂਨ ਵਿੱਚ ਪੈ ਗਿਆ। ਨਿਜ ਸਿੱਖ ਲਖ ਗਿਆ ਬੇਉਦਾਰਿਓ ਜਬ ਪ੍ਰਸੰਗ ਪ੍ਰਭ ਸਰਬ ਉਚਾਰਿਓ। ਔਰ ਇਸ ਤਰ੍ਹਾਂ ਅੱਜ ਮੈਂ ਇਸ ਦਾ ਉਧਾਰ ਕੀਤਾ ਹੈ ਆਪਣੇ ਸਿੱਖ ਦੇ ਕਾਰਨ ਵੀ ਚਲੋ ਇਹਦਾ ਵੀ ਬਹੁਤ ਸਮਾਂ ਹੋ ਗਿਆ ਇਹਨੇ ਵੀ ਭੋਗ ਲਈਆਂ ਜੂਨਾਂ। ਅੱਜ ਮੈਂ ਇਸ ਨੂੰ ਖਤਮ ਇਸੇ ਕਰਕੇ ਕੀਤਾ ਹੈ। ਜੋਰਾ ਸਿੰਘਾਦਿਕ ਡਿਗ ਜੇਤੇ ਬਿਸਮੇ ਧਨ ਧਨ ਕਹਿ ਦੇਤੇ। ਔਰ ਇਸ ਤਰ੍ਹਾਂ ਜੋਰਾ ਸਿੰਘ ਕਹਿਣ ਲੱਗਿਆ ਮਹਾਰਾਜ ਤੁਹਾਨੂੰ ਤੁਸੀਂ ਐਸੀ ਵੀ ਗੱਲ ਹੋਈ ਆ। ਇੱਕ ਹੋਰ ਵੀ ਜਿਹੜੀ ਮੈਂ ਉਸ ਇਲਾਕੇ ਦੇ ਵਿੱਚੋਂ ਉਸ ਪਿੰਡ ਵਿੱਚੋਂ ਜਾ ਕੇ ਪੁਰਾਣੇ ਬਜ਼ੁਰਗਾਂ ਤੋਂ ਗੱਲ ਸੁਣੀ ਆ ਨਾ ਤਾਂ ਗੁਰੂ ਪਿਆਰਿਓ ਦੱਸਦੇ ਆ ਉਸ ਜਗ੍ਹਾ ਦੇ ਉੱਤੇ ਖੂਹ ਸੀਗਾ ਔਰ ਲੜਕੀਆਂ ਉੱਥੋਂ ਪਾਣੀ ਭਰਨ ਆਉਂਦੀਆਂ ਸੀ ਤੇ ਉੱਥੇ ਕੋਈ ਮਨੁੱਖ ਰਹਿੰਦਾ ਸੀ ਜਾਂ ਸਾਧ ਦੇ ਰੂਪ 'ਚ ਰਹਿੰਦਾ ਸੀ ਜਾਂ ਕਿਸੇ ਹੋਰ ਰੂਪ 'ਚ ਰਹਿੰਦਾ ਸੀਗਾ ਉਸੇ ਖੂਹ 'ਤੇ ਬੈਠਾ ਰਹਿੰਦਾ ਸੀਗਾ ਤੇ ਲੜਕੀਆਂ ਨੂੰ ਤੱਕੀ ਜਾਂਦਾ ਬੈਠਾ ਇੱਕ ਟੱਕ ਲਾ ਕੇ ਵੇਖੀ ਜਾਂਦਾ। ਤੇ ਉਹਨਾਂ ਲੜਕੀਆਂ ਦੇ ਵਿੱਚ ਇੱਕ ਵਾਰੀ ਕੋਈ ਭਜਨ ਬੰਦਗੀ ਤਪੱਸਿਆ ਵਾਲੀ ਲੜਕੀ ਆ ਗਈ ਤੇ ਉਸ ਨੇ ਉਸੇ ਤਰ੍ਹਾਂ ਸਭ ਨੂੰ ਦੇਖਣਾ ਲੜਕੀਆਂ ਉੱਥੋਂ ਪਾਣੀ ਭਰ ਕੇ ਲੈ ਜਾਂਦੀਆਂ। ਤਾਂ ਗੁਰੂ ਪਿਆਰੋ ਜਿਸ ਵੇਲੇ ਕਹਿੰਦੇ ਇਹ ਲੜਕੀਆਂ ਉੱਥੋਂ ਪਾਣੀ ਭਰ ਕੇ ਜਾਂਦੀਆਂ ਤੇ ਇੱਕ ਦਿਨ ਉਹ ਭਜਨ ਬੰਦਗੀ ਵਾਲੀ ਲੜਕੀ ਉਹ ਜਾਂਦੀ ਜਾਂਦੀ ਕਹਿ ਗਈ ਕੀ ਘੋਗੜਾਂ ਵਾਂਗੂ ਵੇਖੀ ਜਾਂਦਾ ਸਾਡੇ ਕੰਨੀ ਤੂੰ ਘੋਗੜ ਬਣੇਗਾ। ਤੇ ਦੱਸਦੇ ਆ ਉਸ ਬੱਚੀ ਦੇ ਕਹਿਣ ਤੇ ਉਹ ਮਨੁੱਖ ਫਿਰ ਘੋਗੜ ਬਣਿਆ ਸੀ ਮਰ ਕੇ ਤੇ ਅੱਜ ਉਸ ਘੋਗੜ ਦਾ ਸ਼ਿਕਾਰ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਵੀ ਛੁਟਕਾਰਾ ਕੀਤਾ ਹੈ। ਇਸਮੇ ਖਾਣ ਪਾਣ ਸਭ ਕਰਿਓ ਸੁਪਤੇ ਬਾਹਰ ਦਿਵਸ ਪੁਨ ਚਰਿਓ। ਤਾਂ ਇੱਥੇ ਰਾਤ ਕੱਟੀ ਆ ਦੂਜਾ ਦਿਨ ਚੜਿਆ ਇੱਥੋਂ ਚਾਲੇ ਪਾਉਂਦੇ ਹਨ। ਜੀਨ ਤਰੰਗਮ ਪਰ ਤਬ ਡਾਰੇ ਹੋਏ ਅਰੂੜ ਪ੍ਰਭ ਪੰਥ ਪਦਾਰੇ। ਸਿੰਘਾਂ ਨੇ ਵੀ ਘੋੜਿਆਂ ਤੇ ਕਾਠੀਆਂ ਪਾਈਆਂ ਸਤਿਗੁਰਾਂ ਦਾ ਘੋੜਾ ਵੀ ਤਿਆਰ ਹੋਇਆ ਹੈ ਤੇ ਚਾਲੇ ਪਾ ਦਿੱਤੇ ਜੀ। ਸੈਣਾ ਸੰਗ ਬਿਰਾੜਨ ਕੀਰੀ ਚਾਕਰ ਰਾਖੇ ਗੁਰੂ ਅਗੇਰੀ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰਾਂ ਦੇ ਨਾਲ ਫੌਜ ਜਿਹੜੀ ਆ ਉਹ ਬਰਾੜਾਂ ਦੀ ਹੈ। ਚਾਕਰ ਹੁੰਦੇ ਆ ਜਿਹੜੇ ਚਾਕਰੀ ਲੈਂਦੇ ਆ ਭਾਵ ਤਨਖਾਹ ਤੇ ਰੱਖੇ ਹੋਏ ਹਨ। ਸੁਣ ਸੁਣ ਸੁਧ ਕੋ ਸਿੰਘ ਜੁਜਾਰੇ ਆਏ ਮਿਲੇ ਗੁਰ ਦਰਸ ਨਿਹਾਰੇ। ਔਰ ਪਿੱਛੋਂ ਸਤਿਗੁਰਾਂ ਨਾਲ ਜਿਹੜੀ ਫੌਜ ਆ ਰਹੀ ਆ ਉਹ ਬਰਾੜਾਂ ਦੀ ਸੀਗੀ। ਜਦੋਂ ਇਸ ਜੰਗਲ ਦੇ ਇਲਾਕੇ ਵੱਲ ਆ ਰਹੇ ਆ ਮੁਕਤਸਰ ਸਾਹਿਬ ਤੋਂ ਰਪਾਣੇ ਤੋਂ ਅੱਗੇ ਚੱਲਦੇ ਨੇ ਤਾਂ ਜਿਵੇਂ ਜਿਵੇਂ ਸਿੰਘਾਂ ਨੂੰ ਪਤਾ ਲੱਗਦਾ ਤਿਵੇਂ ਤਿਵੇਂ ਗੁਰੂ ਨਾਲ ਇਕੱਠੇ ਹੋ ਕੇ ਰਲਣ ਲੱਗੇ ਜੀ। ਆਦਿ ਕਬੀਰ ਦਿਨ ਪ੍ਰਤ ਹੋਏ ਸਾਥ ਵਿਚਤ ਆਰੋਹੇ ਨਿਤ ਨਾਥ। ਔਰ ਸਤਿਗੁਰਾਂ ਦੇ ਨਾਲ ਜਿਹੜੀ ਹੈ ਫੌਜ ਦੇ ਵਿੱਚ ਵਾਧਾ ਹੋਣ ਲੱਗਿਆ ਭੀੜ ਹੋਣ ਲੱਗੀ ਬਹੁਤ ਜ਼ਿਆਦਾ। ਕੇਤਕ ਗੋਸੋ ਲੰਗਤ ਗਏ ਡੇਰਾ ਪਹੁੰਚ ਥੇੜੀ ਗਏ। ਤਾਂ ਹੁਣ ਆ ਗਿੱਦੜ ਵੇਹਦ ਵੱਲ ਜਾਈਏ ਤੇ ਰਸਤੇ ਵਿੱਚ ਆਉਂਦਾ ਥੇੜੀ ਤਾਂ ਚਲੋ ਚਾਲ ਸਤਿਗੁਰੂ ਪਾਤਸ਼ਾਹ ਜੀ
ਥੇੜੀ ਆ ਗਏ। ਆਏ ਬਧਾਵਨ ਸਗਰੇ ਕੀਨੇ ਤਣ ਕੀ ਧਨ ਇਕੱਠੇ ਕਰ ਲੀਨੇ। ਔਰ ਸਿੰਘਾਂ ਨੂੰ ਕਹਿੰਦਾ ਵੀ ਸਿੰਘੋ ਇੱਥੇ ਪੜਾ ਕਰਾਂਗੇ, ਘੋੜੇ ਬੰਨ੍ਹ ਦਿਓ। ਸਿੰਘਾਂ ਨੇ ਘੋੜੇ ਅਲੱਗ-ਅਲੱਗ ਬੰਨ੍ਹ ਦਿੱਤੇ। ਪਾਤਸ਼ਾਹ ਜੀ ਦਾ ਘੋੜਾ ਵੀ ਸਾਈਡ ਤੇ ਲਾ ਦਿੱਤਾ। ਔਰ ਫਿਰ ਸਿੰਘਾਂ ਨੇ ਘੋੜਿਆਂ ਵਾਸਤੇ ਘਾਹ ਤੇ ਲੰਗਰ ਵਾਸਤੇ ਸੁੱਕੀਆਂ ਲੱਕੜਾਂ ਆਦਿ ਇਕੱਠੀਆਂ ਕੀਤੀਆਂ ਜੀ। ਏਕ ਨਾਥ ਬੜ ਅਜਮਤਵੰਤਾ ਕਰ ਆਸ਼ਰਮ ਕੋ ਤਹਾਂ ਬਸੰਤਾ। ਇਸ ਇਲਾਕੇ ਦੇ ਵਿੱਚ, ਥੇੜੀ ਦੇ ਇਲਾਕੇ ਦੇ ਵਿੱਚ ਇੱਕ ਨਾਥ ਭਾਵ ਜੋਗੀਆਂ ਚੋਂ ਇੱਕ ਨਾਥ ਹੈ, ਜੋਗੀ ਹੈ, ਬੜਾ ਅਜਮਤਵੰਤਾ, ਕਰਾਮਾਤੀ ਸ਼ਕਤੀਆਂ ਰੱਖਣ ਵਾਲਾ ਭਾਵ ਰਿੱਧੀਆਂ ਸਿੱਧੀਆਂ ਵਾਲਾ। ਉਹਨੇ ਇੱਥੇ ਆਪਣਾ ਡੇਰਾ ਬਣਾਇਆ ਹੋਇਆ, ਆਸ਼ਰਮ ਕਹਿੰਦੇ ਆ ਡੇਰੇ ਨੂੰ। ਡੇਰੇ ਵਿੱਚ ਰਹਿੰਦਾ ਹੈ ਜੀ। ਆਗੇ ਇੱਕ ਦਿਨ ਗੁਰ ਸੋ ਮਿਲ ਕਰ ਬੋਲਿਓ ਤੋ ਮਾਨ ਕੋ ਮਨ ਧਰ। ਤਾਂ ਇੱਕ ਦਿਨ ਇਹ ਸਤਿਗੁਰਾਂ ਦੇ ਕੋਲ ਆਇਆ, ਬੜੇ ਮਾਣ ਦੇ ਨਾਲ ਗੱਲ ਕਰਦਾ ਹੈ। ਜਗ ਮੈਂ ਗੁਰੂ ਕਹਾਵਤ ਫਿਰੈ ਕਰਾਮਾਤ ਪੀ ਕਛ ਤਨ ਧਰੈ। ਤਾਂ ਇਹਨੂੰ ਆਪਣੀਆਂ ਕਰਾਮਾਤੀ ਸ਼ਕਤੀਆਂ ਦਾ ਮਾਣ ਹੋ ਗਿਆ, ਹੰਕਾਰ ਹੋ ਗਿਆ, ਤੇ ਗੁਰੂ ਸਾਹਿਬ ਨੂੰ ਐਵੇਂ ਹੀ ਸਮਝਿਆ ਇਸਨੇ। ਇੱਕ ਦਿਨ ਕਹਿੰਦਾ ਤੁਸੀਂ ਐਵੇਂ ਦੁਨੀਆ ਵਿੱਚ ਗੁਰੂ ਕਹਾਉਂਦੇ ਫਿਰਦੇ ਹੋ ਕਿ ਕੋਈ ਕਰਾਮਾਤੀ ਸ਼ਕਤੀ ਵੀ ਹੈ। ਜੇ ਅਜਮਤ ਕੁਛ ਦੇਹੁ ਦਿਖਾਏ ਦੇਖੇ ਬਿਨਾ ਨਾ ਮਨ ਪਤਿ ਆਏ। ਕਹਿੰਦਾ ਜੇ ਕੋਈ ਸ਼ਕਤੀ ਹੈ ਤਾਂ ਵਿਖਾਓ ਸਾਨੂੰ, ਫੇਰ ਹੀ ਭਰੋਸਾ ਹੋਵੇਗਾ ਵੀ ਤੁਸੀਂ ਐਵੇਂ ਗੁਰੂ ਨਹੀਂ ਕਹਾਉਂਦੇ। ਸੁਨ ਗੁਰ ਕਹਿਓ ਤੋ ਤਿਸ ਤਾਈ ਡੇਰਾ ਕਰੇ ਚਬੇ ਤੁਬ ਥਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੋ ਤੇਰੇ ਸਥਾਨ ਤੇ ਡੇਰਾ ਕਰਾਂਗੇ ਫਿਰ ਤੈਨੂੰ ਕਰਾਮਾਤ ਵਿਖਾ ਦੇਾਂਗੇ। ਤਬੇ ਦਿਖਾਵੈ ਦਿੜ ਹੋਏ ਰਹੀਐ ਅਬ ਦੇਖਨ ਕੋ ਨੈ ਕਿਛ ਕਹੀਐ। ਹੁਣ ਦੁਬਾਰਾ ਨਾ ਕਹੀ ਕਰਾਮਾਤ ਵਿਖਾਉਣ ਨੂੰ, ਜਦੋਂ ਤੇਰੇ ਡੇਰੇ ਤੇ ਆਵਾਂਗੇ ਨਾ ਫਿਰ ਤੈਨੂੰ ਵਿਖਾਵਾਂਗੇ, ਤਿਆਰ ਹੋ ਜਾ। ਦੇਖ ਨਾਥ ਕੋ ਗਾਤ ਚਿਤਾਰੀ ਇਹ ਤੋ ਕਰਾਮਾਤ ਚਹਿ ਭਾਰੀ। ਧੰਨ ਗੁਰੂ ਗੋਬਿੰਦ ਸਿੰਘ ਜੀ ਹੁਣ ਸੋਚਣ ਲੱਗੇ ਆਪਣੇ ਅੰਦਰ ਵੀ ਇਹ ਨਾਥ ਜੋਗੀ ਜਿਹੜਾ ਵੱਡੀ ਕਰਾਮਾਤ ਵੇਖਣੀ ਚਾਹੁੰਦਾ ਹੈ। ਬੈਠੇ ਹੋ ਤੋ ਆਪਣੇ ਥਾਨਾ ਤਰਕਸ਼ ਤਿਲਕ ਕਰ ਗੁਰਬਾਨਾ। ਔਰ ਫਿਰ ਆਪਣੇ ਡੇਰੇ ਚਲਿਆ ਗਿਆ। ਤੇ ਇਧਰ ਸਤਿਗੁਰੂ ਪਾਤਸ਼ਾਹ ਜੀ ਨੇ ਤੀਰ ਕੱਢਿਆ ਕਮਾਨ ਚੋਂ। ਚਿਤ ਸੋ ਛੁਆਏ ਸੀਸ ਸੰਗ ਲਾਇਓ ਬਾਹਰ ਨਾਥ ਸੋ ਬਾਕ ਅਲਾਇਓ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਧਰਤੀ ਦੇ ਉੱਪਰ ਤੀਰ ਲਾ ਕੇ ਫਿਰ ਕਮਾਨ ਵਿੱਚ ਪਾਇਆ ਔਰ ਨਾਥ ਨੂੰ ਆਵਾਜ਼ ਮਾਰ ਕੇ ਕਹਿੰਦੇ ਹੁਕਮ ਨਾਥ ਕੋ ਆਪਣੀ ਗਾਥਾ ਰਾਜੀ ਆਏ ਆਨੰਦ ਕੀ ਸਾਥਾ। ਔਰ ਆਪਣੀ ਗਾਥਾ ਕਹੋ, ਹੁਕਮ ਦੇ ਨਾਲ ਆਪਣੀ ਗਾਥਾ ਕਹੋ। ਨਾਥ ਜੀ ਰਾਜੀ ਬਾਜੀ ਹੋ ਕੇ ਨਹੀਂ। ਸੁਣਤ ਨਾਥ ਬੋਲਿਓ ਤੈਸਾ ਮੋ ਗੁਰੂ ਗੋਬਿੰਦ ਸਿੰਘ ਲਿਓ ਮਮ ਨਮੋ। ਕਹਿਣ ਲੱਗੇ ਇਧਰੋਂ ਆਵਾਜ਼ ਦਿੱਤੀ ਸਤਿਗੁਰਾਂ ਨੇ, ਉਧਰੋਂ ਨਾਥ ਕਹਿੰਦਾ ਮੇਰਾ ਨਮਸਕਾਰ ਪ੍ਰਾਪਤ ਕਰੋ। ਮੈਂ ਰਾਜੀ ਕਰ ਦੀਨਸ ਦੀਨਾ ਸਭ ਕਾਰਜ ਤੇ ਖਾਰਜ ਕੀਨਾ। ਕਹਿਣ ਲੱਗਿਆ ਮੈਂ ਤਾਂ ਰਾਜੀ ਕਰਾਂ, ਹੁਣ ਤਾਂ ਸਾਰੀਆਂ ਕਰਾਮਾਤੀ ਸ਼ਕਤੀਆਂ ਤੁਸੀਂ ਖੋਲੀਆਂ ਮੇਰੀਆਂ। ਕੋ ਸਤਨਾਮ। ਵਾਹਿਗੁਰੂ। ਇਹਦੇ ਵਿੱਚ ਜਿਹੜੀਆਂ ਰਿੱਧੀਆਂ ਸਿੱਧੀਆਂ ਸੀ ਪਾਤਸ਼ਾਹ ਜੀ ਨੇ ਤੀਰ ਦੇ ਨਾਲ ਉਹ ਵੀ ਖੋਲੀਆਂ। ਜਦ ਤੀਰ ਧਰ ਕੇ ਧਰਤੀ ਨੂੰ ਲਾਇਆ ਤੇ ਫਿਰ ਮੱਥੇ ਨੂੰ ਲਾਇਆ ਤੇ ਪਾਤਸ਼ਾਹ ਕਹਿੰਦੇ ਹਾਂ ਬਈ ਨਾਥਾ ਰਾਜੀ ਐ। ਤੇ ਵੇਖਿਆ ਵੀ ਖਾਲੀ ਜਿਹਾ ਹੋ ਗਿਆ। ਫੀਲਿੰਗ ਹੁੰਦੀ ਆ, ਐਵੇਂ ਕਹਿਣ ਦੀਆਂ ਗੱਲਾਂ ਨਹੀਂ, ਇਹ ਫੀਲ ਹੁੰਦਾ ਹੈ, ਅਨੁਭਵ ਹੁੰਦਾ ਹੈਗਾ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਗੋਰਖਨਾਥ ਨੇ ਪਰਖਣਾ ਚਾਹਿਆ ਸੀ, ਪਹਿਲਾਂ ਉਹਦੇ ਚੇਲਿਆਂ ਦਾ ਹੰਕਾਰ ਦੂਰ ਕੀਤਾ। ਫਿਰ ਗੋਰਖਨਾਥ ਕੋਲ ਪਹੁੰਚ ਗਏ ਤੇ ਕਹਿੰਦੇ ਗੋਰਖਨਾਥ ਦੀਆਂ ਚਿੱਪੀਆਂ ਤੇ ਗੋਰਖਨਾਥ ਦੀਆਂ ਮੁੰਦਰਾਂ ਤੇ ਖੜਾਵਾਂ ਇਹ ਸਭ ਪਾਤਸ਼ਾਹ ਨੇ ਆਪਣੇ ਵੱਲ ਖਿੱਚ ਲਈਆਂ ਤੇ ਨਾਲ ਹੀ ਉਹਦੀ ਸ਼ਕਤੀ ਵੀ ਖਿੱਚ ਲਈ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਉਹ ਜਾ ਕੇ ਮਾਫੀ ਮੰਗੋ, ਇਹ ਤਾਂ ਬਾਹਲੀ ਸ਼ਕਤੀ ਵੱਡੀ ਲਈ ਫਿਰਦਾ ਹੈਗਾ, ਇਹਨੂੰ ਕਹੋ ਮੇਰੀਆਂ ਸ਼ਕਤੀਆਂ ਮੋੜੇ। ਕਹੋ ਸਤਨਾਮ। ਫਿਰ ਚੇਲਿਆਂ ਨੇ ਜਾ ਕੇ ਬੇਨਤੀ ਕੀਤੀ ਜੀ ਗੋਰਖਨਾਥ ਬੇਨਤੀ ਕਰਦਾ ਉਹਦੀ ਸ਼ਕਤੀ ਦੇ ਦਿਓ। ਕਹਿੰਦੇ ਪੁੱਛ ਲਓ ਹਜੇ ਕੋਈ ਫਰਕ ਹੈਗਾ ਤਾਂ ਕੱਢ ਲੈ। ਕਹਿੰਦੇ ਨਹੀਂ ਜੀ ਸਾਰੇ ਫਰਕ ਨਿਕਲ ਗਏ, ਤੁਸੀਂ ਉਹਨਾਂ ਦੀ ਕਿਰਪਾ ਕਰੋ। ਕਹੋ ਸਤਨਾਮ। ਹੁਣ ਕੋਈ ਫਰਕ ਨਹੀਂ। ਫਿਰ ਗੋਰਖਨਾਥ ਪੈਰੀ ਪਿਆ ਸੀਗਾ ਤੇ ਫਿਰ ਪਾਤਸ਼ਾਹ ਜੀ ਨੇ ਉਹਦੀਆਂ ਸ਼ਕਤੀਆਂ ਵਾਪਸ ਕੀਤੀਆਂ। ਫਿਰ ਗੋਰਖਨਾਥ ਦੇ ਸ਼ਮੇਰਪਾ ਡੇਰੇ ਤੋਂ ਅੱਗੇ ਚੱਲ ਕੇ ਧਰੂਪ ਪ੍ਰਹਿਲਾਦ ਭਗਤ ਹੋਰਾਂ ਕੋਲੇ ਹੁੰਦੇ ਹੋਏ ਸੱਚਖੰਡ ਜਾ ਕੇ ਆਏ ਸੀ। ਇਹ ਟੱਪਣ ਨਹੀਂ ਦਿੰਦੇ ਸੀਗੇ। ਇਹ ਕਹਿੰਦੇ ਇਦੋਂ ਗਾਹਾਂ ਤਾਂ ਜਾਏਗਾ ਜੇ ਤੂੰ ਸਾਡਾ ਚੇਲਾ ਬਣੇਗਾ, ਤੇ ਨਹੀਂ ਤੈਨੂੰ ਅਸੀਂ ਗਾਹਾਂ ਟੱਪਣ ਦੇ ਪੁੱਠਾ ਮੁੜ ਜਾ। ਨਹੀਂ ਸਾਡੇ ਸਵਾਲਾਂ ਦਾ ਜਵਾਬ ਦੇ। ਆ ਜਿਹੜੀ ਸਿੱਧ ਕੋਸ਼ਟ ਬਾਣੀ ਆ ਗੁਰਬਾਣੀ ਦੇ ਵਿੱਚ, ਇਹ ਸਾਰੇ ਸਵਾਲ ਜਵਾਬ ਗੋਰਖਨਾਥ ਦੇ ਚੇਲਿਆਂ ਨੇ ਕੀਤੇ ਆ ਬਾਬਾ ਜੀ ਨੂੰ। ਇਤਿਹਾਸ ਵਿੱਚ ਵੀ ਬਹੁਤ ਲਿਖਿਆ ਹੈ।
ਔਰ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੀ ਘਟਨਾ ਜਿਹੜੀ ਹੈ ਸਿੱਧ ਗੋਸ਼ਟ ਬਾਣੀ ਬਣਾ ਕੇ ਚੜਾ ਦਿੱਤੀ। ਕਹੋ ਸਤਿਨਾਮ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਫਿਰ ਸਤਿਗੁਰਾਂ ਦੇ ਪੈਰੀ ਪੈਂਦੇ ਸੀਗੇ ਤੇ ਫਿਰ ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਕੋਲੋਂ ਲੰਘ ਕੇ ਅੱਗੇ ਗਏ, ਇਹਨਾਂ ਨੂੰ ਹਰਾ ਕੇ ਪੈਰੀ ਪਾ ਕੇ। ਹਾਂ ਮੇਰੇ ਪ੍ਰੀਤਮ ਜੀ ਨੇ ਇਸ ਨਾਥ ਦੀ ਕਰਾਮਾਤੀ ਸ਼ਕਤੀ ਖਿੱਚ ਲਈ। ਕਹਿੰਦਾ ਕਾਹਦਾ ਰਾਜੀਆਂ, ਸਾਰੀਆਂ ਸ਼ਕਤੀਆਂ ਤਾਂ ਖਿੱਚ ਲੀਆਂ। ਗੁਰੂ ਕਹਿਓ ਦੇਖੇ ਅਬ ਠਾਰ, ਚਲੀਏ ਦਿੱਲੀ ਨਗਰ ਲਾਹੌਰ। ਔਰ ਸਾਰੇ ਕਾਰਜ ਤੋਂ ਖਾਰਜ ਕਰਤਾ ਮੈਨੂੰ, ਭਾ ਮੇਰੀਆਂ ਸ਼ਕਤੀਆਂ ਖਤਮ ਕਰ ਦਿੱਤੀਆਂ। ਕਰਾਮਾਤੀ ਲਗਾਉਣ ਰੂਪੀ ਕਾਰਜਾਂ ਤੇ ਮੈਨੂੰ ਖਾਰਜ ਕਰਤਾ। ਕਹਿੰਦਾ ਮੈਨੂੰ ਕਰਾਮਾਤ ਨਹੀਂ ਵਿਖਾ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਚੱਲ ਫਿਰ ਤੈਨੂੰ ਦਿੱਲੀ ਤੇ ਲਾਹੌਰ ਵਿਖਾ ਕੇ ਲਿਆਈਏ। ਤਕ ਸਮੇਂ ਮੈਂ ਚਲ ਪੁਨ ਆਵੈ, ਜੇ ਤੇਰੇ ਚਿਤ ਮੈਂ ਇਮ ਭਾਵੇ। ਚੱਲੀਏ ਦਿੱਲੀ ਲਾਹੌਰ। ਜਿਵੇਂ ਬਾਬਾ ਨਾਨਕ ਜੀ ਗੁਰੂ ਪਿਆਰਿਓ ਇੱਕ ਅਰਬਸਤਾਨ ਦੇ ਪੀਰ ਦੇ ਚੇਲੇ ਨੂੰ ਲੈ ਕੇ ਉਹਦਾ ਹੱਥ ਫੜ ਕੇ ਧਿਆਨ ਆਪਣਾ ਤੇ ਚੇਲੇ ਦਾ ਜੋੜ ਕੇ ਲੱਖ ਪਤਾਲ ਤੇ ਲੱਖ ਆਕਾਸ਼ ਵਿਖਾਏ ਸੀ। ਕਹੋ ਸਤ ਸ੍ਰੀ ਵਾਹਿਗੁਰੂ। ਇਹਦੀ ਸ਼ਕਤੀ ਜੀ ਖਿੱਚ ਲਈ ਸਾਰੀ ਪਹਿਲਾਂ ਨਾਥ ਦੀ। ਨਹੀਂ ਤਾਂ ਕਹਿੰਦਾ ਜੀ ਮੈਂ ਆਪਦੀ ਸ਼ਕਤੀ ਨਾਲ ਗਿਆ, ਪਹਿਲਾਂ ਖਾਲੀ ਕੀਤਾ ਤੇ ਫਿਰ ਕਹਿੰਦੇ ਆ ਤੈਨੂੰ ਦਿੱਲੀ ਤੇ ਲਾਹੌਰ ਵਿਖਾ ਕੇ ਲਿਆਵਾਂ, ਛੇਤੀ ਮੁੜ ਆਵਾਂਗੇ। ਨਾਥ ਕਹੇ ਨਿਸ਼ਫਲ ਬਿਲਾਖਾ, ਜਬ ਉਚਤ ਨਾਮੋ ਕਹੁ ਰਾਖਾ। ਕਹਿਣ ਲੱਗਿਆ ਜੀ ਛੱਡੋ ਇਹੋ ਜੀ ਇੱਛਾ ਨੂੰ, ਤੁਸੀਂ ਮੇਰੀਆਂ ਤਾਂ ਸ਼ਕਤੀਆਂ ਹੀ ਖਿੱਚ ਲਈਆਂ। ਖੈਚ ਨਿਕਾਰਾ ਸਾਰੂਦਾਰਾ, ਕਰ ਫੋਕਟ ਮੋਕੋ ਅਬ ਡਾਰਾ। ਫੋਕਟ ਖਾਲੀ, ਫੋਕਾ ਜਿਵੇਂ ਕੋਈ ਅੰਬ ਚੂਪ ਕੇ ਸਿੱਟ ਦੇਵੇ, ਉਹਦੇ ਵਿੱਚੋਂ ਰਸ ਖਿੱਚ ਲਵੇ। ਇਸੇ ਤਰ੍ਹਾਂ ਹੀ ਕਹਿੰਦਾ ਮੇਰੀਆਂ ਸਾਰੀਆਂ ਤਾਕਤਾਂ ਤਾਂ ਖਿੱਚ ਲਈਆਂ, ਮੈਂ ਤਾਂ ਫੋਕਾ ਹੋ ਗਿਆ, ਹੁਣ ਮੈਂ ਕਿਵੇਂ ਦਿੱਲੀ ਜਾ ਆਊਂਗਾ। ਪਹਿਲਾਂ ਜਾਂਦਾ ਸੀ ਕਰਾਮਾਤੀ ਸ਼ਕਤੀਆਂ ਨਾਲ ਤੇ ਪਾਤਸ਼ਾਹ ਕਹਿੰਦੇ ਚੱਲ ਹੁਣ ਵੇਖ ਕੇ ਆਈਏ। ਕਹਿੰਦਾ ਜੀ ਹੁਣ ਤਾਂ ਮੇਰੇ ਕੋਈ ਤਾਕਤ ਹੀ ਨਹੀਂ ਰਹੀ ਜਾਣ ਦੀ। ਸਤਿਗੁਰ ਭਣਿਓ ਕਾਮਨਾ ਤੇਰੀ, ਅਜਮਤ ਜਾਚਤ ਫਲੀ ਕਨੇਰੀ। ਪਾਤਸ਼ਾਹ ਕਹਿੰਦੇ ਤੇਰੀ ਇੱਛਾ ਸੀਗੀ ਕਰਾਮਾਤ ਵੇਖਣ ਦੀ, ਅਸੀਂ ਤਾਂ ਕੁਛ ਨਹੀਂ ਕੀਤਾ। ਕੋ ਸਤ ਨਾਲੇ ਕਰਤਾ ਨਾਲੇ ਗੁਪਤ ਹੈ, ਕਿਉਂਕਿ ਸਤਿਗੁਰਾਂ ਨੇ ਕਦੇ ਵੀ ਇਸ ਅਧਿਆਤਮਕ ਸ਼ਕਤੀ ਨੂੰ ਗੁਰੂ ਪਿਆਰਿਓ ਤਮਾਸ਼ਾ ਨਹੀਂ ਬਣਾਇਆ। ਬ੍ਰਹਮ ਲੋਗਣ ਪਹਿ, ਪ੍ਰਭ ਲੋਗਣ ਕਹੇ ਆਵੇ ਕਾਜਾ। ਰੱਬ ਦੇ ਪੈਰਾਂ ਨੂੰ ਸ਼ਰਮ ਆਉਂਦੀ ਹੈ ਜਦੋਂ ਅਧਿਆਤਮਕ ਸ਼ਕਤੀ ਨੂੰ ਕਰਾਮਾਤਾਂ ਰਾਹੀਂ, ਖੇਡਾਂ ਰਾਹੀਂ ਵੇਖਦੇ ਆ, ਵਿਖਾਉਂਦੇ ਆ। ਕਹੋ ਸਤਿਨਾਮ। ਇਸ ਕਰਕੇ ਪਾਤਸ਼ਾਹ ਕਹਿੰਦੇ ਤਾਂ ਤੇਰੀ ਭਾਈ ਭਾਵਨਾ ਸੀਗੀ ਸ਼ਕਤੀਆਂ ਵੇਖਣ ਦੀ, ਕਰਾਮਾਤ ਵੇਖਣ ਦੀ, ਉਹੀ ਫਲੀ ਆ। ਭਾਵ ਤੂੰ ਬੀਜਿਆ ਸੀ ਉਹ ਫਲਿਆ। ਆਪਨੋ ਦੋਸ਼ ਜਾਣ ਟਿਕ ਰਹੋ, ਜਿਮ ਬਾਚਤ ਚਿਤ ਫਲ ਤਿਮ ਲਹੋ। ਕਹਿਣ ਲੱਗੇ ਹੁਣ ਤੂੰ ਆਪਣੀ ਗਲਤੀ ਮੰਨ, ਜਿਹੜਾ ਤੇਰੇ ਵਿੱਚ ਦੋਸ਼ ਸੀਗਾ ਉਹ ਤੈਨੂੰ ਫਲ ਮਿਲ ਗਿਆ ਉਸ ਦਾ। ਹੁਣ ਤੂੰ ਬਹਿ ਜਾ ਚੁੱਪ ਕਰਕੇ। ਦੋਸ਼ ਨ ਰਹੋ ਜਾਨ ਬਚ ਸਾਚੀ, ਮਾਨ ਰਾਜ ਅਜਮਤ ਕੋ ਜਾਚੀ। ਹੁਣ ਚੁੱਪ ਕਰਕੇ ਬਹਿ ਗਿਆ, ਪਰ ਬਾਰ-ਬਾਰ ਸਤਿਗੁਰ ਤੋਂ ਉਹ ਅਦਮਤ ਸ਼ਾਕਤ ਵਾਪਸ ਮੰਗਦਾ ਹੈ, ਕਿਉਂਕਿ ਫਿਰ ਜੀ ਨਹੀਂ ਲੱਗਦਾ ਜੇ ਕਰਾਮਾਤੀ ਸ਼ਕਤੀਆਂ ਕਿਸੇ ਕੋਲ ਹੋਣ ਨਾ ਤੇ ਕਿਸੇ ਤਰ੍ਹਾਂ ਨਿਕਲ ਜਾਣ ਤੇ ਫਿਰ ਉਹਦਾ ਐਂ ਲੱਗਦਾ ਜਿਵੇਂ ਖਾਲੀ ਖਾਲੀ ਜਾਂ ਜਿਵੇਂ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਭਾਈ ਮਤੀ ਦਾਸ ਕਹਿਣ ਲੱਗੇ ਆ, ਮਹਾਰਾਜ ਤੁਸੀਂ ਇਹਨਾਂ ਦੁਸ਼ਟਾਂ ਨੂੰ ਹੀ ਖਤਮ ਕਰ ਸਕਦੇ ਹੋ, ਜੇ ਤੁਸੀਂ ਨਹੀਂ ਕਰਨਾ ਤੇ ਫਿਰ ਮੈਨੂੰ ਕਿਰਪਾ ਕਰੋ, ਮੈਨੂੰ ਬਖਸ਼ਿਸ਼ ਕਰੋ। ਮਤੀ ਦਾਸ ਨੂੰ ਪਾਤਸ਼ਾਹ ਕਹਿਣ ਲੱਗੇ ਆਪਾਂ ਇੱਥੇ ਨਾ ਜਿਹੜਾ ਕੰਮ ਕਰਨਾ ਉਹ ਕੰਮ ਕਰਨਾ ਤੇ ਸ਼ਕਤੀਆਂ ਨਹੀਂ ਵਿਖਾਉਣੀਆਂ, ਕਰਾਮਾਤ ਸ਼ਕਤੀ ਨਹੀਂ ਵਿਖਾਉਣੀ। ਤੂੰ ਇੰਨੀ ਸ਼ਕਤੀ ਕਿੱਥੋਂ ਲੈ ਲਈ, ਮੇਰੇ ਕੋਲ ਕਿਹੜਾ ਹੈ ਨਹੀਂ ਗੀ। ਤਾਂ ਮਤੀ ਦਾਸ ਜੀ ਕਹਿਣ ਲੱਗੇ ਜੀ ਤੁਸੀਂ ਜੰਨੇ ਚੂਪੇ ਸੀ ਨਾ ਛਿੜਕੇ, ਜਿਹੜੇ ਸਿੱਟੇ ਸੀ ਅਸੀਂ ਉਹ ਚੂਪ ਲਏ। ਸਾਨੂੰ ਐਂ ਲੱਗਦਾ ਵੀ ਲਾਹੌਰ ਤੇ ਦਿੱਲੀ ਨੂੰ ਅਸੀਂ ਪੜਿਆ ਕੇ ਮਾਰ ਦਈਏ, ਇੰਨੀ ਪਾਵਰ ਆ ਗਈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਮਤੀ ਦਾਸ ਧਰਤੀ ਤੇ ਮੱਥਾ ਟੇਕ। ਜਿਸ ਵੇਲੇ ਧਰਤੀ ਤੇ ਮੱਥਾ ਟੇਕਿਆ ਮਤੀ ਦਾਸ ਨੇ, ਉਹਦੇ ਵਿੱਚੋਂ ਉਹ ਪਾਵਰ ਖਿੱਚ ਲਈ, ਕਿਤੇ ਐਵੇਂ ਨਾ ਕਰਾਮਾਤ ਵਿਖਾਉਣ ਖੜ ਜਾਏ। ਕਹੋ ਸਤਿਨਾਮ। ਅਸੀਂ ਤਾਂ ਇੱਥੇ ਰੰਗੇ ਨੂੰ ਰੋਕਣ ਵਾਸਤੇ ਆਏ ਆ, ਇੱਥੇ ਕਰਾਮਾਤੀ ਸ਼ਕਤੀਆਂ ਵਿਖਾਉਣ ਨਹੀਂ ਆਏ। ਸ਼ਕਤੀ ਬੜੀ ਸੀ ਔਰ ਜਾਂਦੇ ਜਾਂਦੇ ਇੱਕ ਚੀਜ਼ ਵਿਖਾਈ। ਨੌਵੇਂ ਪਾਤਸ਼ਾਹ ਜੀ ਨੇ ਕਹਿਣ ਲੱਗੇ ਅਸੀਂ ਤੇਰੀ ਤਲਵਾਰ ਨਾਲ ਨਹੀਂ ਕੱਟੇ ਜਾਵਾਂਗੇ, ਅਸੀਂ ਆਪਣੀ ਮਰਜ਼ੀ ਨਾਲ ਆਪਣੇ ਸਰੀਰ ਤੋਂ ਧੜ ਤੋਂ ਸਿਰ ਅਲੱਗ ਕਰ ਸਕਦੇ ਹਾਂ। ਉਹ ਕਹਿੰਦੇ ਐਂ ਕਿਵੇਂ, ਤਲਵਾਰ ਚਲਾਵਾਂਗੇ, ਤਲਵਾਰ ਨਾਲ ਕੱਟਿਆ ਜਾਊਗਾ। ਪਾਤਸ਼ਾਹ ਕਹਿੰਦੇ ਇੱਕ ਤਜਰਬਾ ਕਰੋ, ਫਿਰ ਇੱਕ ਕੱਚਾ ਧਾਗਾ ਲਓ ਸੂਤ ਦਾ, ਉਹਦੇ ਨਾਲ ਹਲਕਾ ਜਿਹਾ ਵਜਨ ਕਾਗਜ਼ ਦਾ ਬੰਨੋ, ਜਿਹੜੇ ਪਾਸਿਓਂ ਤਲਵਾਰ ਚਲਾਉਣੀ ਹੈ ਉਸ ਪਾਸਿਓਂ ਧਾਗਾ ਲਮਕਾ ਲਿਓ ਇਸ ਤਰ੍ਹਾਂ। ਜੇ ਤਾਂ ਤਲਵਾਰ ਉਹ ਧਾਗੇ ਨੂੰ ਕੱਟ ਗਈ ਤੇ ਫਿਰ ਧੌਣ ਕੱਟੀ, ਫਿਰ ਤਾਂ ਸਮਝਿਓ ਵੀ ਧਾਗਾ ਕੱਟਿਆ ਗਿਆ ਤੇ ਤਲਵਾਰ ਨੇ ਧੌਣ ਕੱਟੀ ਹੈ। ਤੇ ਜੇ ਉਹ ਧਾਗਾ ਸਾਬਤਾ ਰਿਹਾ, ਧੌਣ ਲੈ ਗਈ ਸਰੀਰ ਤੋਂ, ਫਿਰ ਸਮਝੋ ਵੀ ਤੁਹਾਡੀ ਮਰਜ਼ੀ ਨਾਲ ਨਹੀਂ, ਅਸੀਂ ਆਪਦੀ ਮਰਜ਼ੀ ਨਾਲ ਧੜ ਤੋਂ ਧੌਣ ਪਾਸੇ ਕੀਤੀ ਆ। ਕਹੋ ਸਤਿਨਾਮ। ਇਹ ਤਜਰਬਾ ਉਹਨਾਂ ਨੇ ਕੀਤਾ।
ਜਦੋਂ ਤਲਵਾਰ ਚਲਾਈ ਤੇ ਉਸ ਤੋਂ ਬਾਅਦ ਕੀ ਵੇਖਦੇ ਆ ਵੀ ਧਾਗਾ ਸਾਬਤਾ ਰਿਹਾ ਲੇਕਿਨ ਸਰੀਰ ਤੋਂ ਧੜ ਤੋਂ ਜਿਹੜੀ ਧੌਣ ਪਾਸੇ ਹੋ ਗਈ, ਸੀਸ ਪਾਸੇ ਹੋ ਗਿਆ। ਉਸ ਤੋਂ ਪਹਿਲਾਂ ਭਾਈ ਜੈਤਾ ਰਾਮ ਜੀ ਦੀ ਡਿਊਟੀ ਲਾਈ ਹੋਈ ਸੀਗੀ ਬਈ ਤੂੰ ਸੀਸ ਸੰਭਾਲ ਲੈਣਾ, ਬਸ ਸੀਸ ਲੈ ਕੇ ਚਲਿਆ ਜਾਣਾ, ਬਾਕੀ ਦਾ ਕੰਮ ਆਪੇ ਹੋ ਜਾਊਗਾ। ਤਾਂ ਭਾਈ ਜੈਤਾ ਜੀ ਵਿੱਚ ਜਨਤਾ ਦੇ ਘੁੰਮ ਰਹੇ ਸੀ, ਕਿਉਂਕਿ ਚਾਂਦਨੀ ਚੌਕ ਦੇ ਵਿਚਾਲੇ ਜਨਤਾ ਨੂੰ ਸੱਦ ਕੇ ਔਰੰਗਜ਼ੇਬ ਨੇ ਇਹ ਕਾਰਜ ਕੀਤਾ ਸੀ। ਕੋ ਸਤਨਾਮ। ਤੇ ਭਾਈ ਜੈਤਾ ਜੀ ਨੇ ਫਿਰ ਸੀਸ ਸੰਭਾਲ ਕੇ ਉੱਥੋਂ ਉਠਾਉਣਾ ਕੀਤਾ ਔਰ ਸੀਸ ਲੈ ਕਰਕੇ ਪਾਤਸ਼ਾਹ ਜੀ ਦਾ ਫਿਰ ਉਹ ਦਿੱਲੀ ਤੋਂ ਅਨੰਦਪੁਰ ਸਾਹਿਬ ਆਇਆ। ਉਸ ਤੋਂ ਬਾਅਦ ਧੜ ਦੀ ਵੀ ਸੇਵਾ ਸੰਭਾਲ ਆਪੇ ਕਰਵਾ ਲਈ। ਗੁਰੂ ਪਿਆਰਿਓ, ਵਣਜਾਰੇ ਜਿਹੜੇ ਹਨ ਉੱਥੋਂ ਗੱਡੇ ਲੈ ਕੇ ਨਿਕਲੇ ਤੇ ਗੱਡਿਆਂ ਦੇ ਵਿੱਚ ਧਰ ਕੇ ਧੜ ਨੂੰ ਲੈ ਗਏ। ਤੇ ਲੱਖੀ ਸ਼ਾਹ ਵਣਜਾਰੇ ਨੇ ਬੜੀ ਤੇਜ਼ੀ ਦੇ ਨਾਲ, ਬੜੀ ਫੁਰਤੀ ਦੇ ਨਾਲ ਆਪਣੇ ਘਰ ਦੇ ਵਿੱਚ ਬਿਰਾਜਮਾਨ ਕਰਕੇ ਸੀ ਸਰੀਰ ਨੂੰ ਤੇ ਘਰ ਨੂੰ ਵੀ ਅੱਗ ਲਾ ਦਿੱਤੀ। ਕਹੋ ਸਤਨਾਮ। ਜੋ ਘਰੇ ਲੱਕੜ ਮੰਜਾ ਪੀੜੀ ਜੋ ਪਿਆ ਸੀਗਾ ਉਹ ਸਭ ਇਕੱਠਾ ਕਰਕੇ ਤੇ ਘਰ ਨੂੰ ਅੱਗ ਲਾਤੀ। ਤੇ ਜਿਸ ਵੇਲੇ ਮਗਰ ਭੱਜੇ ਪੁਲਿਸ ਵਾਲੇ ਗੱਡਿਆਂ ਦੇ, ਕਿਉਂਕਿ ਪਹਿਰੇਦਾਰ ਲਾਏ ਹੋਏ ਸੀਗੇ ਵੀ ਧੜ ਦੀ ਨਿਗਾਹ ਰੱਖਿਓ, ਸੀਸ ਤਾਂ ਲੈ ਗਏ ਕਿਤੇ ਧੜ ਨਾ ਕੋਈ ਲੈ ਜੇ। ਜਦ ਵੇਖਣ ਵਾਸਤੇ ਗਏ ਵੀ ਗੱਡੇ ਟੱਪੇ ਆ ਹੁਣੇ ਕਿਤੇ ਉਹ ਨਾ ਲੈ ਗਏ ਹੋਣ, ਗੱਡੇ ਖੜੇ ਆ ਤੇ ਜਦੋਂ ਅੱਗ ਜਿੱਥੇ ਲੱਗੀ ਆ ਘਰ ਨੂੰ ਭਾਂਬੜ ਨਿਕਲ ਰਹੇ ਆ, ਉਧਰ ਭੱਜ ਕੇ ਉਧਰ ਗਏ। ਤੇ ਜਿਹੜੇ ਵਣਜਾਰੇ ਸੀਗੇ ਉਹਨਾਂ ਨੂੰ ਲੱਖੀ ਸ਼ਾਹ ਕਹਿੰਦਾ ਪਾਣੀ ਪਾਉਣ ਲੱਗ ਜਾਓ, ਅੱਗ ਬੁਝਾਉਣ ਲੱਗ ਜਾਓ, ਇਹਨਾਂ ਨੂੰ ਆਏ ਹੋ ਜਾਊਗਾ ਵੀ ਕਿਤੇ ਘਰ ਨੂੰ ਅੱਗ ਲੱਗ ਗਈ ਤਾਂ ਅੱਗ ਬੁਝਾਈ ਜਾਂਦੇ ਆ। ਕਹੋ ਸਤਨਾਮ। ਤੋ ਇਸ ਤਰ੍ਹਾਂ ਧੜ ਦੀ ਵੀ ਸੰਭਾਲ ਹੋ ਗਈ। ਸਤਿਗੁਰ ਨੇ ਆਪਣੇ ਕਾਰਜ ਆਪੇ ਕੀਤੇ ਆ। ਤੇਗ ਬਹਾਦਰ ਸਿਮਰਿਆ ਕਰਨੌਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਜੇ ਸਾਡੇ ਸਹਾਇਤਾ ਉਹ ਕਰ ਸਕਦਾ ਹੈ ਤੇ ਆਪ ਦਾ ਵੀ ਆਪ ਹੀ ਕਰ ਸਕਦਾ। ਖੈਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਤੂੰ ਚੁੱਪ ਕਰਕੇ ਬਹਿ ਜਾ, ਹੁਣ ਤੂੰ ਕੁਛ ਨਹੀਂ ਕਰ ਸਕਦਾ, ਤੇਰੀਆਂ ਸ਼ਕਤੀਆਂ ਖਤਮ ਹੋ ਗਈਆਂ। ਤਾਂ ਚੁੱਪ ਕਰਕੇ ਬਹਿ ਗਿਆ। ਹੁਣ ਕਰ ਇਹ ਚੀਜ਼ ਖੋਹੀ ਨਹੀਂ ਜਾ ਸਕਦੀ। ਜਿਹੜੀ ਸਿਮਰਨ ਭਜਨ ਦੀ ਬੰਦਗੀ ਦੀ ਤਾਕਤ ਹੈ ਨਾ, ਇਹ ਆਏ ਹੱਥ ਨਾਲ ਨਹੀਂ ਖੋਈ ਜਾ ਸਕਦੀ। ਇਹ ਤਾਂ ਜੇ ਕੋਈ ਆਪਣੇ ਮੂੰਹੋਂ ਕਹਿ ਕੇ ਦੇਊਗਾ ਤਾਂ ਜਾਊਗੀ। ਇਹ ਗੁਰੂ ਸਾਹਿਬ ਤਾਂ ਇਹ ਕਾਰਜ ਕਰ ਸਕਦੇ ਸੀਗੇ, ਉਹ ਲੈ ਵੀ ਸਕਦੇ ਆ, ਦੇ ਵੀ ਸਕਦੇ ਆ। ਪਾਤਸ਼ਾਹ ਕਹਿੰਦੇ ਤੂੰ ਬਚਨ ਕੀਤਾ ਸੀ ਕਰਾਮਾਤ ਵੇਖਣ ਦਾ, ਤੇਰਾ ਬਚਨ ਪੂਰਾ ਹੋਇਆ, ਹੁਣ ਤੂੰ ਚੁੱਪ ਕਰਕੇ ਬਹਿ ਜਾ। ਤਾਂ ਬਹਿ ਗਿਆ। ਇੱਕ ਮਠ ਸੁੰਦਰ ਹੈ ਤਿਸ ਠੌਰ, ਵਿੱਚ ਕਾਸਬ ਪੱਟੀ ਕੀ ਔਰ। ਗੌਰ 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 ਹੁੰਦੀ ਹੈ ਕਵਰ। ਕਹਿੰਦੇ ਚੁੱਪ ਕਰਕੇ ਬਹਿ ਗਿਆ। ਹੁਣ ਉੱਥੇ ਇੱਕ ਮੱਠ ਹੈ ਸੁੰਦਰ, ਜਿਹਦੇ ਵਿੱਚ ਕਾਸਬ ਨਾਮ ਦਾ ਕੋਈ ਭੱਟੀ ਹੋਇਆ ਹੈ, ਉਹਦੀ ਕਬਰ ਹੈ ਉਹਦੇ ਵਿੱਚ। ਇਸ ਕੋ ਪਿਕ ਕਰ ਗੁਰੂ ਸਰਾਹੀ, ਭਲੀ ਥਾਏ ਸੁੰਦਰ ਇਸ ਮਾਹੀ। ਔਰ ਉਸ ਨੂੰ ਵੇਖ ਕਰਕੇ ਗੁਰੂ ਸਾਹਿਬ ਜੀ ਨੇ ਸ਼ਲਾਘਾ ਕੀਤੀ, ਕਿਹਾ ਇਹ ਵਧੀਆ ਸਥਾਨ ਹੈ। ਮਾਨ ਸਿੰਘ ਆਦਿਕ ਬਚ ਸੁਣੇ, ਪ੍ਰਭ ਕੇ ਸੰਗ ਬਵੇਕੀ ਬਨੇ। ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸਤਿਗੁਰਾਂ ਦੇ ਇਹ ਬਚਨ ਸੁਣ ਕਰਕੇ ਮਰਜ਼ਾਦਾ ਦੀ ਵਿਚਾਰ ਕਰਨ ਲੱਗੇ। ਕਹਿੰਦੇ ਆਨ ਤੁਰਕ ਕੋ ਆਪ ਸਰਾਹਾ, ਯਾਤੇ ਉਚਿਤ ਦੇਹੋ ਤਨਖਾਹਾ। ਕਹਿਣ ਲੱਗੇ ਪਾਤਸ਼ਾਹ ਤੁਸੀਂ ਮੁਸਲਮਾਨਾਂ ਦੀਆਂ ਕਬਰਾਂ ਨੂੰ ਸਲਾਹੀ ਜਾਂਦੇ ਹੋ, ਸਾਨੂੰ ਤਾਂ ਕਹਿੰਦੇ ਹੋ ਆਪਾਂ ਕਬਰਾਂ ਪੂਜਣੀਆਂ ਨਹੀਂ, ਕਬਰਾਂ ਨੂੰ ਮੱਥੇ ਨਹੀਂ ਟੇਕਣੇ, ਕਬਰਾਂ ਵਾਲੇ ਪਾਸੇ ਜਾਣਾ ਹੀ ਨਹੀਂ ਆਪਾਂ, ਤੇ ਤੁਹਾਨੂੰ ਤਨਖਾਹ ਲੱਗੂਗੀ। ਭਾਈ ਮਾਨ ਸਿੰਘ ਕਹਿੰਦਾ ਆਨ ਤੁਰਕ ਕੋ ਆਪ ਸਰਾਹਾ, ਯਾਤੇ ਉਚਿਤ ਦੇਹੋ ਤਨਖਾਹਾ। ਤਨਖਾਹ ਹੁੰਦੀ ਹੈ ਜੁਰਮਾਨਾ, ਤੁਹਾਨੂੰ ਜੁਰਮਾਨਾ ਲੱਗੂਗਾ। ਹੁਣ ਤੁਸੀਂ ਇਹ ਤੁਰਕਾਂ ਦੀ ਕਬਰ ਨੂੰ ਕਿਉਂ ਸਲਾਹਿਆ ਹੈ? ਹੋਰ ਮੜੀ ਮੱਠ ਭੂਲ ਨਾ ਮਾਨੈ, ਇਸ ਵਿਦ ਰਾਵਰ ਰਹਿਤ ਬਖਾਨੈ। ਤੁਸੀਂ ਤਾਂ ਸਾਨੂੰ ਕਿਹਾ ਸੀਗਾ ਕਿ ਇਹਨਾਂ ਚੀਜ਼ਾਂ ਨੂੰ ਆਪਣਾ ਮੰਨਣਾ ਹੀ ਨਹੀਂਗਾ, ਤੇ ਤੁਸੀਂ ਇਹਦੀ ਕਿਉਂ ਸਲਾਹਤਾ ਕੀਤੀ ਆ? ਸੁਣਤ ਬੇਕ ਖਾਲਸੇ ਕੀਰਾ, ਬਖਸ਼ਾਵਤ ਪੈ ਗੁਰ ਤਿਸ ਬੀਰਾ। ਸਤਿਗੁਰੂ ਕਹਿਣ ਲੱਗੇ ਠੀਕ ਆ ਭਾਈ ਤਨਖਾਹ ਲਾ ਦਿਓ, ਪਰ ਮੈਨੂੰ ਮਾਫ ਕਰ ਦਿਓ। ਮੈਂ ਵੇਖਦਾ ਸੀਗਾ ਕਿ ਮੇਰਾ ਖਾਲਸਾ ਕਿੰਨਾ ਕੁ ਸੁਚੇਤ ਹੈ। ਜੇ ਕੱਲ ਨੂੰ ਕੋਈ ਸੇ ਗਲਤੀ ਕਰਦਾ ਹੈ ਕਿ ਉਸ ਨੂੰ ਇਹ ਸਜ਼ਾ ਲਾ ਸਕਦੇ ਆ, ਤੁਸੀਂ ਤਾਂ ਮੈਨੂੰ ਲਾ ਸਕਦੇ ਹੋ, ਤੇ ਫਿਰ ਖਾਲਸੇ ਨੂੰ ਕਿਉਂ ਨਹੀਂ ਲਾਓਗੇ? ਕਹੋ ਸਤਿਨਾਮ। ਜੇ ਸਾਡਾ ਕੋਈ ਸਿੱਖ ਬੱਚਾ ਸਿੱਖ ਬੱਚੀ ਗਲਤੀ ਕਰਦਾ ਹੈ ਤਾਂ ਉਸ ਨੂੰ ਤਨਖਾਹ ਲਾ ਕੇ, ਭਾਵ ਉਸ ਨੂੰ ਜੁਰਮਾਨਾ ਲਾ ਕੇ, ਤੇ ਜੁਰਮਾਨਾ ਪੈਸਿਆਂ ਦਾ ਨਹੀਂ ਹੁੰਦਾ ਕੇਵਲ, ਗੁਰਮਤਿ ਅਨੁਸਾਰ ਅੱਜ ਵੀ ਜਦ ਪੰਜ ਪਿਆਰਿਆਂ ਕੋਲ ਆਪਾਂ ਜਾਂਦੇ ਆ ਕਿ ਸਾਥੋਂ ਗਲਤੀ ਹੋ ਗਈ, ਤੇ ਉਹ ਸਾਨੂੰ ਕਹਿੰਦੇ ਆ ਬਈ ਇੰਨੇ ਪਾਠ ਜਪਜੀ ਸਾਹਿਬ ਦੇ ਕਰੋ, ਇੰਨੇ ਚਿਰ ਬਰਤਨਾਂ ਦੀ ਸੇਵਾ ਕਰੋ, ਇੰਨਾ ਚਿਰ ਝਾੜੂ ਦੀ ਸੇਵਾ ਕਰੋ, ਫਿਰ ਕੜਾਹ ਪ੍ਰਸ਼ਾਦ ਲੈ ਕੇ ਗ੍ਰੰਥੀ ਤੋਂ ਅਰਦਾਸ ਕਰਾ ਲਿਓ, ਫਿਰ ਬਖਸ਼ੇ ਜਾਓਗੇ। ਕਹੋ ਸਤਨਾਮ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਆ ਭਾਈ
ਤੁਸੀਂ ਤਨਖਾਹ ਲਾਓ, ਕੀ ਲਾਉਣੇ ਹੋ? ਸਤ ਪੰਚ ਰਹਿਤ ਪਣ ਲਾਏ, ਦਾਨ ਸਿੰਘ ਕਰ ਜੋਰ ਅਲਾਏ। ਦਾਨ ਸਿੰਘ ਕਹਿਣ ਲੱਗਿਆ ਜੀ ਤੁਹਾਨੂੰ 25 ਰੁਪਈਆਂ ਦੀ ਚਾਂਦੀ ਦੇ 25 ਰੁਪਈਆਂ ਦੀ ਤਨਖਾਹ ਲਾਈ ਜਾਂਦੀ ਹੈ, ਇਹਦਾ ਕੜਾਹ ਪ੍ਰਸ਼ਾਦ ਕਰਾਓ। ਚਾਹੇ ਬਿਦਰਾਵਰ ਨੇ ਕਰੀ, ਵਿਪਰੀਤੀ ਹਮਕੋ ਦਿਖ ਬਰੀ। ਜਿਹੜੀ ਤੁਸੀਂ ਇਹ ਗੱਲ ਕੀਤੀ ਆ ਨਾ ਮੁਸਲਮਾਨਾਂ ਦੀ, ਇਸ ਨੂੰ ਸਲਾਹਣਾ ਕੀਤਾ ਹੈ, ਇਹ ਚੰਗਾ ਨਹੀਂ ਕੀਤਾ। ਤਿਸ ਕੋ ਸ਼੍ਰੀ ਪ੍ਰਭ ਕੀਨ ਬਤਾਵਨਾ, ਕਰੇ ਖਾਲਸੇ ਕੋ ਸਿਖਰਾਵਨਾ। ਦਾਨ ਸਿਆ ਮੈਂ ਤਾਂ ਸਮੇਂ-ਸਮੇਂ ਤੇ ਪ੍ਰੀਖਿਆ ਲੈਣਾ ਕਿ ਮੇਰਾ ਖਾਲਸਾ ਕਿੰਨਾ ਕੁ ਤਕੜਾ ਹੋ ਗਿਆ, ਕਿੰਨਾ ਕੁ ਮੇਰੀ ਪੜ੍ਹਾਈ ਨੂੰ ਪੜ੍ਹ ਗਿਆ, ਕੀ ਗੱਲ ਕੱਲ ਨੂੰ ਮੇਰੀ ਗੱਲ ਯਾਦ ਰੱਖੇਗਾ? ਕੋਈ ਗੱਲ ਨਹੀਂ, ਲੈਣ ਦੇਣ ਹੋਵੇ ਤਨਖਾਹ, ਪਰੇ ਖਾਲਸੇ ਮੇ ਇਰਾ। ਚਲੋ ਜੇ ਕੋਈ ਸਾਡਾ ਸਿੱਖ ਖਾਲਸਾ ਪੁੱਤਰ ਜਿਹੜਾ ਹੈ ਗਲਤੀ ਕਰ ਵੀ ਲੈਂਦਾ ਨਾ, ਉਹਨੂੰ ਤਿਆਗ ਨਹੀਂ ਦੇਣਾਗਾ, ਉਹਨੂੰ ਬਖਸ਼ ਕੇ ਲਾ ਲੈਣਾ, ਤਨਖਾਹ ਲਾ ਕੇ ਭਾਵ ਗੁਰਮਤਿ ਅਨੁਸਾਰ ਉਸ ਨੂੰ ਸੁਚੇਤ ਕਰਕੇ ਫਿਰ ਵਿੱਚ ਮਿਲਾਉਣਾ ਲਾਜ਼ਮੀ। ਤਬ ਸਤ ਗੁਰ ਤਰਕਸ਼ ਕਰ ਲਾਹਾ, ਤਨੁਖ ਸਹਿਤ ਦਾਸਨ ਕਰਮਾਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੋਢੇ ਤੋਂ ਤੀਰਾਂ ਵਾਲਾ ਪੱਥਾ ਲਾਇਆ ਤੇ ਧਨੁਖ ਲਾਹਿਆ ਅਤੇ ਸਿੱਖ ਨੂੰ ਫੜਾਇਆ। ਏਕ ਮੂਲ ਪਰ ਜੰਡ ਸੋ ਤੀਨਾ, ਨਿਕਟ ਖਰੀ ਡੇਰਾ ਜਹ ਕੀਨਾ। ਤਾਂ ਗੁਰੂ ਪਿਆਰਿਓ ਕਹਿੰਦੇ ਉਸ ਵੇਲੇ ਸਾਹਮਣੇ ਕੀ ਵੇਖਦੇ ਆ? ਇੱਕ ਮੁੱਢ ਉੱਤੇ ਜੰਡ ਸੀ ਜਿਸ ਦੇ 3 ਡਾਹਣੇ ਸਨ। ਅਯੁੱਧ ਤਿਨ ਕੇ ਸੰਗ ਚੁਲਾਈ, ਅਬ ਲੋ ਖਰੀ ਦੇਖ ਸਿਖਾਈ। ਔਰ ਜਿਹੜੇ ਸ਼ਾਸਤਰ ਸਨ ਉਹ ਜੰਡ ਉੱਤੇ ਟੰਗ ਦਿੱਤੇ ਹਨ। ਕਰੇ ਕਾਮ ਨਾ ਕਰੇ ਜੇ ਨਾਮ, ਪੂਰਤ ਹੈ ਸੋ ਤਰ ਐ ਸਮ। ਕਹਿਣ ਲੱਗੇ ਅੱਜ ਤੱਕ ਵੀ ਕਹਿੰਦੇ ਉਹ ਸ਼ਾਸਤਰ ਸਤਿਗੁਰਾਂ ਦੇ ਉੱਥੇ ਹਨ, ਔਰ ਜੇ ਕੋਈ ਕਾਮਨਾ ਲੈ ਕੇ ਨਮਸਕਾਰ ਕਰਦਾ ਹੈ ਤਾਂ ਉਹਦੀ ਇੱਛਾ ਪੂਰੀ ਹੁੰਦੀ ਹੈ। ਹੁਥੀ ਨਾਮ ਕੇ ਤੈਨ ਕਨੇਰੀ, ਹੁਥੀ ਨਾਮ ਕੇ ਤੈਨ ਕਨੇਰੀ, ਚੋਏ ਦੁਗਧ ਸੋ ਲੇਵੇ ਬੇਰੀ। ਹੁੱਤੀ ਨਾਥ ਕੇ, ਨਾਥ ਦੇ ਕੋਲੇ ਗਊਆਂ ਰੱਖੀਆਂ ਹੋਈਆਂ ਸਨ, ਉਹ ਬਹੁਤ ਦੁੱਧ ਦਿੰਦੀਆਂ ਸਨ। ਬਚਰੇ ਸੰਗ ਛੋਰ ਦੇ ਸੋਈ, ਅਜਮਤੀ ਨਾ ਚੁਗਾਵੇ ਕੋਈ। ਔਰ ਬੱਚਿਆਂ ਨੂੰ ਛੱਡ ਦਿੰਦਾ ਸੀਗਾ ਤੇ ਕਰਾਮਾਤੀ ਸ਼ਕਤੀ ਛੱਡ ਦਿੰਦਾ ਸੀਗਾ, ਤੇ ਉਹ ਗਊਆਂ ਬੱਚਿਆਂ ਨੂੰ ਦੁੱਧ ਨਹੀਂ ਸੀ ਦਿੰਦੀਆਂ ਜਿੰਨਾ ਚਿਰ ਉਸ ਨਾਥ ਦੀ ਮਰਜ਼ੀ ਨਾ ਹੁੰਦੀ। ਮਾਟੀ ਬਾਸਨ ਦੇ ਚੜਾਏ, ਰੀਜਤ ਖਿਚੜੀ ਖੂਬ ਬਣਾਏ। ਔਰ ਗੁਰੂ ਪਿਆਰਿਓ ਦੁੱਧ ਚੋ ਕੇ ਉਹ ਮਿੱਟੀ ਦੀ ਤੌੜੀ ਵਿੱਚ ਖਿਚੜੀ ਬਣਾਉਂਦਾ ਸੀ। ਫਿਰ ਹੋਰੇ ਤੇ ਠੀਕਰ ਹੋਏ ਤੇ ਨਾਥ ਨਾਥ ਹੋਏ ਮਨੁੱਖ ਜੀਤੇ। ਔਰ ਕਹਿਣ ਲੱਗੇ ਫਿਰ ਉਹ ਕਹਿੰਦੇ ਉਹ ਖਿਚੜੀ ਖਾਣ ਵਾਸਤੇ ਉਸ ਤੌੜੀ ਦੇ ਕਿਸੇ ਤੌੜੀ ਦੇ ਟੋਟੇ ਕਰਦਾ ਸੀ ਤੇ ਉਹਨੇ ਟੋਟੇ ਹੁੰਦੇ ਜਿੰਨੇ ਬੰਦੇ ਹੁੰਦੇ। ਕਰਾਮਾਤੀ ਸਕਲ ਗਵਾਈ, ਤਿਸ ਦਿਨ ਗੋ ਚੁਕਾਏ ਸਬਾਈ। ਔਰ ਅੱਜ ਕਰਾਮਾਤੀ ਸ਼ਕਤੀਆਂ ਸਾਰੀਆਂ ਪਾਤਸ਼ਾਹ ਨੇ ਖਿੱਚ ਲਈਆਂ, ਤੇ ਜਦੋਂ ਕਰਾਮਾਤੀ ਸ਼ਕਤੀਆਂ ਖਿੱਚ ਲਈਆਂ ਤੇ ਅੱਜ ਗਊਆਂ ਦੇ ਬੱਚੇ ਵੀ ਭੁੱਖੇ ਨਹੀਂ ਰਹੇ, ਕਿਉਂਕਿ ਇਹਦੇ ਕੋਈ ਕਰਾਮਾਤ ਨਹੀਂ ਰਹੀ। ਅੱਜ ਗਊਆਂ ਨੇ ਸਾਰਾ ਦੁੱਧ ਬੱਚਿਆਂ ਨੂੰ ਚੰਗਾ ਦਿੱਤਾ ਹੈ। ਦੇ ਬਾਸਨ ਭਗਨ ਤੈਸੇ, ਦਿਨ ਪ੍ਰਤ ਕਰਤ ਅਚਵਨੋ ਜੈਸੇ। ਔਰ ਰਿੰਨੇ ਹੋਏ ਬਾਸਨ ਵਿੱਚ ਹੁਣ ਜਿਹੜਾ ਖਿਚੜੀ ਆ ਉਹ ਰਿੱਝਦੀ ਨਹੀਂ, ਔਰ ਹੁਣ ਉਹ ਘੜੇ ਨੂੰ ਭੰਨ ਕੇ ਜਿਵੇਂ ਟੋਟੇ ਕਰਦਾ ਸੀਗਾ, ਕਹਿੰਦੇ ਕਰਾਮਾਤੀ ਸ਼ਕਤੀ ਨਾਲ ਉਹ ਰਿੱਝੀ ਹੋਈ ਰਿੰਨਣ ਵਾਲੀ ਤੌੜੀ ਨੂੰ ਭੰਨ ਦਿੰਦਾ, ਤੇ ਭੰਨਣ ਤੋਂ ਬਾਅਦ ਉਹਦੇ ਦੋਨੇ ਟੋਟੇ ਹੋ ਜਾਂਦੇ, ਟੋਟਿਆਂ ਵਿੱਚ ਹੀ ਉਹ ਖਿਚੜੀ ਆ ਜਾਂਦੀ। ਪਰ ਹੁਣ ਉਸ ਤੋਂ ਕਹਿੰਦੇ ਉਹ ਕਰਾਮਾਤੀ ਸ਼ਕਤੀ ਵੀ ਖਤਮ ਹੋ ਗਈ। ਏਕ ਨਿਸ਼ਾ ਗੁਰ ਡਿਗ ਬਿਤ ਗਿਓ, ਅਗਲੇ ਦਿਨ ਸੋ ਆਣ ਬਲ ਗਿਓ। ਤਾਂ ਇਸ ਤਰ੍ਹਾਂ ਇੱਕ ਰਾਤ ਇਸਨੇ ਗੁਰੂ ਸਾਹਿਬ ਕੋਲ ਕੱਟੀ, ਅਗਲੇ ਦਿਨ ਉੱਥੋਂ ਚਲਿਆ ਗਿਆ। ਤੇਨ ਪਤਸ਼ ਦੇ ਸਾਥ ਸਿਦਾਰਾ, ਅਪਰ ਸਮਾਜ ਤਜਿਓ ਤੈ ਸਾਰਾ। ਔਰ ਇਥੋਂ ਆਪਣੀਆਂ ਗਊਆਂ ਤੇ ਬੱਚੇ ਲੈ ਕੇ ਤੁਰ ਗਿਆ। ਸ਼ਾਇਦ ਸ਼ਕਤੀ ਇਹਨੂੰ ਦੁਬਾਰਾ ਮਿਲੀ ਨਹੀਂ। ਸਤਿਗੁਰਾਂ ਨੇ ਉਹ ਕਰਾਮਾਤੀ ਸ਼ਕਤੀ ਇਸ ਦੀ ਜਿਹੜੀ ਹੈ, ਜਿਸ ਦਾ ਇਹਨੂੰ ਹੰਕਾਰ ਸੀ, ਉਹ ਖਤਮ ਹੀ ਕਰ ਦਿੱਤੀ ਹੈ। ਔਰ ਆਪਣੀਆਂ ਗਊਆਂ ਤੇ ਬੱਚੇ ਲੈ ਕੇ ਚਲਿਆ ਗਿਆ, ਡੇਰਾ ਉੱਥੇ ਹੀ ਛੱਡ ਗਿਆ। ਬਾਸਨ ਬਸ ਸਕਟਰ ਕੋਰਾ, ਸਹਿਤ ਕਰਾਸ ਗਮਨ ਤੇ ਛੋਰਾ। ਭਾਂਡੇ ਗੱਡੇ ਘੋੜਾ ਆਦਿ ਸਾਰਾ ਕੁਝ ਖਰਾਸ ਜੋ ਡੇਰਾ ਬਣਾਇਆ ਹੋਇਆ ਸੀ ਸਾਰਾ ਬਣਿਆ ਬਣਾਇਆ ਛੱਡ ਕੇ ਤੁਰ ਗਿਆ। ਰਤੀਏ ਗ੍ਰਾਮ ਜਾਏ ਕਰ ਬਾਸਾ, ਨੈ ਬਖਸ਼ਾਏ ਮਿਲਿਓ ਪ੍ਰਭ ਪਾਸਾ। ਉਹ ਫਿਰ ਇੱਥੋਂ ਜਾ ਕੇ ਉਹਨੇ ਰਤੀਏ ਜਾ ਕੇ ਜਿਹੜਾ ਉਤਾਰਾ ਕਰ ਲਿਆ। ਰਤੀਏ ਜਾ ਕੇ ਉਹ ਬ੍ਰਹਮ ਆਪਣਾ ਸਾਧ ਰਿਹਾ,
ਪਰ ਗੁਰੂ ਕੋਲੋਂ ਮਾਫੀ ਨਹੀਂ ਮੰਗੀ ਇਸਨੇ। ਦੀਨ ਮੁਕਾਮ ਗੁਰੂ ਭਗਵਾਨ ਰੋੜਾ ਇੱਕ ਬਨਿਓ ਤਿਸ ਥਾਨ। ਤਾਂ ਇੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਚਾਲੇ ਪਾਉਣ ਦੀ ਸਲਾਹ ਕੀਤੀ ਆ। ਇੱਥੇ ਮੁਕਾਮ ਕੀਤਾ ਹੈ ਰੋੜਾ, ਭਾਵ ਉੱਥੇ ਇੱਕ ਰੋੜਾ ਬਾਣੀਆ ਰਹਿੰਦਾ ਹੈ। ਏਤ ਰਸਤ ਕੀਨੀ ਬਸੇ ਹੋ ਖੁਸ਼ੀ ਕਰੀ ਤਿਸ ਪ੍ਰਗਟ ਦਿਓ। ਔਰ ਉਹ ਬਾਣੀਆ ਜਿਹੜਾ ਸੀਗਾ ਗੁਰੂ ਕੇ ਸਿੰਘਾਂ ਨੂੰ ਰਾਸ਼ਨ ਪਾਣੀ ਲੰਗਰ ਦੇ ਲਈ ਦਿੰਦਾ ਰਿਹਾ। ਗੁਰੂ ਉਸ ਤੇ ਬੜੇ ਖੁਸ਼ ਹੋਏ। ਬੂਝਤ ਭਿਓ ਨਾਥ ਕੀ ਗਾਥਾ ਕਹਾ ਕਰੀ ਰਾਵਰ ਕੀ ਸਾਥਾ। ਇੱਕ ਦਿਨ ਉਸ ਬਾਣੀਏ ਨੇ ਪੁੱਛਿਆ, ਮਹਾਰਾਜ ਉਹ ਸਾਧ ਨਾਲ ਕੀ ਕੀਤਾ ਤੁਸੀਂ, ਜੋਗੀ ਨਾਲ ਕੀ ਕੀਤੀ? ਥਲ ਤੇ ਉੱਠ ਕਰ ਕਿਤ ਗਇਓ ਵਸਤੂ ਬ੍ਰਿੰਦ ਸੋ ਤਿਆਗਤ ਭਇਓ। ਉਹ ਡੇਰਾ ਹੀ ਛੱਡ ਕੇ ਚਲਿਆ ਗਿਆ, ਸਾਰਾ ਸਮਾਨ ਵੀ ਛੱਡ ਗਿਆ। ਸੁਣ ਕੇ ਸ਼੍ਰੀ ਪ੍ਰਭ ਭੇਵ ਬਤਾਇਓ ਨਿਜ ਅਜਮਤ ਤਰ ਉਰ ਗਰਬਾਇਓ। ਕਹਿੰਦੇ ਸੇਠਾ ਅਸਲ ਵਿੱਚ ਉਸ ਨੂੰ ਆਪਣੀ ਕਰਾਮਾਤੀ ਸ਼ਕਤੀ ਦਾ ਹੰਕਾਰ ਹੋ ਗਿਆ ਸੀ। ਤੀਰ ਸੰਗ ਹਮੈ ਚਨਕਾਰੀ ਉੱਠ ਕਰ ਗਿਓ ਲਾਜ ਕਰ ਭਾਰੀ। ਔਰ ਉਹ ਸਾਥੋਂ ਕਰਾਮਾਤ ਵੇਖਣੀ ਚਾਹੁੰਦਾ ਸੀ, ਅਸੀਂ ਕਰਾਮਾਤ ਵਿਖਾਈ ਤੇ ਉਹਦੀ ਕਰਾਮਾਤ ਸਾਰੀ ਨਿਕਲ ਗਈ। ਸ਼ਰਮ ਦਾ ਮਾਰਿਆ ਚਲਿਆ ਗਿਆ। ਮਿਲਿਓ ਨਾ ਪੁਨੈ ਕੇ ਬਖਸ਼ਾਇਓ ਹੰਕਾਰਤ ਨਿਜ ਔਜ ਗਵਾਇਓ। ਜੇ ਸਾਡੇ ਕੋਲ ਆ ਕੇ ਦੂਜੇ ਦਿਨ ਮਾਫੀ ਮੰਗ ਲੈਂਦਾ ਅਸੀਂ ਮਾਫ ਕਰ ਦਿੰਦੇ, ਪਰ ਸਾਨੂੰ ਮਿਲ ਕੇ ਨਹੀਂ ਗਿਆ, ਪਹਿਲਾਂ ਹੀ ਚਲਿਆ ਗਿਆ। ਮੇਰਾ ਬਾਸੁਰ ਕਿਤਕ ਮਕਾਮ ਕਰ ਪੁਨ ਸ਼੍ਰੀ ਪ੍ਰਭ ਹੈ ਤਿਆਰ। ਇੱਥੇ ਕੁਝ ਦਿਨ ਰੁਕ ਕੇ ਸਤਿਗੁਰਾਂ ਨੇ ਅੱਗੇ ਚਾਲੇ ਪਾਏ। ਨਥੇੜੀ ਤੋਂ ਰੁਕ ਕੇ ਥੇੜੀਆਂ ਫਿਰ ਅੱਗੇ ਚੱਲਦੇ ਐ। ਜੀਨ ਤਰੰਗਨ ਪਰ ਪਰੇ ਹੋਤ ਪਏ ਅਸਵਾਰ। ਇੱਥੋਂ ਕਿਹੜੇ ਪਾਸੇ ਜਾਂਦੇ ਐ ਵਿਚਾਰਾ, ਆਪਾਂ ਕੱਲ ਦੇ ਦੀਵਾਨਾ ਵੀ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਕੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निधान सदा विवेक। हे अपरंपर हर हरे हो बनहार। हे संत कै सदा संग आधार। हे ठाकुर दासरो निर्गुण गुण नहीं कोई। नानक दीजै नाम दान बरोए। आए प्रभ शरणागति कृपा निध दयाल। एक अखर हर मन बसत होत निहाल। एक ओंकार सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद ਸਰਬਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰਜੇ ਸਰਵਣ ਕੀਤੇ। ਪਾਤਸ਼ਾਹ ਖੁਸ਼ੇ ਬਖਸ਼ਣ। ਮਿਲਾ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।